प्रेज द लॉर्ड। अजीज़ बहनों भाइयों, आप सबको सलाम मेरी तरफ से। खुदावंद आप सबको बड़ी बरकत दे। खुदावंद का शुक्र करता हूँ कि आज मुझे मौका मिला कि आपकी खिदमत में हाज़िर हो सकूँ, और मेरे साथ बहुत ही प्यारे मेहमान अब नहीं हैं, बल्कि खुदावंद के बेटे और आपके जाने पहचाने खुदावंद के खादम लवप्रीत मेरे साथ हैं। जय मसीह। सारे ਨੂੰ ਜੈ ਮਸੀਹ ਦੀ ਕਹਿੰਦੇ ਆ ਤੇ ਪਰਮੇਸ਼ਰ ਦਾ ਸ਼ੁਕਰੀਆ ਕਰਦੇ ਆ ਕਿ ਉਹਨੇ ਇੱਕ ਵਾਰੀ ਫਿਰ ਮੌਕਾ ਦਿੱਤਾ ਹੈ ਕਿ ਅਸੀਂ ਆਪਣੀ ਭੈਣਾਂ ਭਰਾਵਾਂ ਦੀ ਸੇਵਾ ਦੇ ਵਿੱਚ ਇੱਕ ਵਾਰੀ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਸਕੇ ਹਾਂ। ਤੇ ਅਸੀਂ ਸ਼ੁਕਰੀਆ ਕਰਦੇ ਹਾਂ ਸੱਚੇ ਪਰਮੇਸ਼ਰ ਦਾ, ਜਿੰਦਾ ਪਰਮੇਸ਼ਰ ਦਾ, ਕਿ ਜਿਹੜਾ ਸਾਨੂੰ ਹਰ ਰੋਜ਼ ਹਿੰਮਤ ਦਿੰਦਾ, ਸ਼ਕਤੀ ਦਿੰਦਾ, ਤਾਕਤ ਦਿੰਦਾ ਹੈ ਕਿ ਅਸੀਂ ਹਰ ਰੋਜ਼ ਉਹਦੇ ਵੱਡੇ ਕੰਮਾਂ ਦੇ ਲਈ ਅਸੀਂ ਤਿਆਰ ਹੋ ਸਕੀਏ। ਅਸੀਂ ਸ਼ੁਕਰੀਆ ਕਰਦੇ ਹਾਂ ਉਹਦੀ ਉਹ ਬੁੱਧੀ ਦੇ ਲਈ, ਉਹਦੀ ਉਹ ਅਕਲ ਦੇ ਲਈ ਕਿ ਸਾਨੂੰ ਉਹਨਾਂ ਸਾਰੇ ਇਨਸਾਨਾਂ ਦੇ ਵਿੱਚੋਂ ਚੁਣ ਕੇ ਆਪਣੀ ਬੁੱਧੀ ਦਿੰਦਾ ਹੈ, ਆਪਣੀ ਅਕਲ ਦਿੰਦਾ ਹੈ, ਜਿਸ ਅਕਲ ਦੇ ਨਾਲ ਸਾਡੇ ਉੱਤੇ ਪਰਮੇਸ਼ਰ ਆਪਣੇ ਡੂੰਘੇ ਰਾਜਾਂ ਨੂੰ ਉਹ ਸਾਡੇ ਉੱਤੇ ਪ੍ਰਗਟ ਕਰਦਾ ਹੈ, ਜਿਸ ਦੇ ਨਾਲ ਅਸੀਂ ਉਸ ਜਿਹੜੇ ਰਾਜ ਨੇ ਪਰਮੇਸ਼ਰ ਸਾਨੂੰ ਹੁਣ ਦੇ ਸਮੇਂ ਬਾਰੇ ਅਤੇ ਅਗਲੇ ਸਮੇਂ ਬਾਰੇ ਦੱਸਦਾ ਰਹਿੰਦਾ ਹੈ। ਤਾਂ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੋਵੇਂ ਭਾਈ ਅਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਪਰਮੇਸ਼ਰ ਦੇ ਰਾਜ ਬਾਰੇ, ਪਰਮੇਸ਼ਰ ਦੀ ਉਸ ਅਥੋਰਿਟੀ ਦੇ ਬਾਰੇ, ਪਰਮੇਸ਼ਰ ਦੀ ਉਸ ਤਾਕਤ ਦੇ ਬਾਰੇ ਜੋ ਪ੍ਰਭੂ ਨੇ ਆਪਣੇ ਬੱਚਿਆਂ ਨੂੰ ਦਿੱਤੀ ਹੈ। ਹਾਲੇਲੂਇਆ, ਪ੍ਰੇਜ਼ ਦ ਹਾਲੇਲੂਇਆ। ਤੇ ਪ੍ਰਭੂ ਦਾ ਵਚਨ ਜਿਵੇਂ ਕਹਿੰਦਾ ਹੈ ਕਿ ਜੇ ਤੁਹਾਡੇ 'ਚ ਵਿਸ਼ਵਾਸ ਔਰ ਰਾਈ ਦੇ ਦਾਣੇ ਜਿੰਨਾ ਵੀ ਹੈ, ਤੁਸੀਂ ਉਸ ਵਿਸ਼ਵਾਸ ਨਾਲ ਜੇ ਪਹਾੜ ਨੂੰ ਕਹੋ ਇੱਥੋਂ ਹਿਲ ਜਾਵੇ ਤਾਂ ਉਹ ਹਿਲ ਜਾਵੇਗਾ। ਅਸੀਂ ਸ਼ੁਕਰੀਆ ਕਰਦੇ ਹਾਂ ਪਰਮੇਸ਼ਰ ਦਾ ਕਿ ਉਹਨੇ ਸਾਨੂੰ ਐਡੀ ਵੱਡੀ ਅਥੋਰਿਟੀ ਦਿੱਤੀ ਆ, ਉਹ ਅਧਿਕਾਰ ਦਿੱਤਾ ਹੈ, ਜਿਸ ਅਧਿਕਾਰ ਦੇ ਨਾਲ ਅਸੀਂ ਪਰਮੇਸ਼ਰ 'ਚ ਹੋ ਕੇ ਭਾਵੇਂ ਜਿਸ ਤਰ੍ਹਾਂ ਦੇ ਮਰਜ਼ੀ ਹਾਂ, ਜਦੋਂ ਸਾਡਾ ਪਰਮੇਸ਼ਰ ਜੋ ਪ੍ਰਭੂਆਂ ਦਾ ਪ੍ਰਭੂ ਹੈ, ਜੋ ਰਾਜਿਆਂ ਦਾ ਰਾਜਾ ਹੈ, ਉਹਦੇ ਨਾਲ ਮਿਲ ਕੇ ਅਸੀਂ ਸਭ ਕੁਝ ਕਰ ਸਕਦੇ ਹਾਂ। ਆਮੀਨ ਆਮੀਨ। ਹਾਂਜੀ ਲਵਪ੍ਰੀਤ ਜੀ, ਖੁਦਾਵੰਦ ਦਾ ਸ਼ੁਕਰ ਕਰ ਰਹੇ ਕਿ ਕਲੀਸਿਆ ਦਾ ਪ੍ਰੋਗਰਾਮ ਔਰ ਬਹੁਤ ਸਾਰੇ ਜਦੋਂ ਸਾਨੂੰ ਟੈਲੀਫੋਨ ਆਉਂਦੇ ਨੇ ਜੀ, ਔਰ ਕਿਉਂਕਿ ਇਹ ਕਲਾਮੇ ਮੁਕੱਦਸ ਦੇ ਵਿੱਚੋਂ ਪ੍ਰੋਗਰਾਮ ਹੈ ਔਰ ਕਲੀਸਿਆ ਦੇ ਨਾਲ ਮੁੰਸਲਿਕ ਹੈ, ਕਲੀਸਿਆ ਦੇ ਨਾਲ ਜੁੜਿਆ ਹੋਇਆ। ਔਰ ਕਲੀਸਿਆ ਕੌਣ ਹੈ ਲਵਪ੍ਰੀਤ? ਜੀ, ਜਿਹੜੇ ਪਰਮੇਸ਼ਵਰ ਦੇ ਬਚਾਏ ਹੋਏ ਬੇਟੇ ਬੇਟੀਆਂ ਇਮਾਨਦਾਰ ਲੋਕ ਨੇ, ਜਿਹੜੇ ਖੁਦਾ ਯਿਸੂ ਮਸੀਹ ਨੂੰ ਆਪਣਾ ਨਿਜਾਤ ਦਹਿੰਦਾ ਮੰਨਦੇ ਨੇ। ਔਰ ਕਲੀਸਿਆ ਕੌਣ ਹੈ? ਉਹ ਇੱਕ ਦੁਲਹਨ ਹੈ ਜਿਹੜੀ ਖੁਦਾ ਯਿਸੂ ਮਸੀਹ ਖੁਦ ਤਿਆਰ ਕਰ ਰਹੇ ਨੇ, ਔਰ ਇੱਕ ਵਕਤ ਹੈ ਕਿ ਮੁਕੰਮਲ ਤੌਰ 'ਤੇ ਤਿਆਰ ਹੋ ਜਾਏਗੀ। ਔਰ ਉਹ ਵਕਤ ਆਉਣ ਵਾਲਾ ਹੈ ਕਿ ਕਲੀਸਿਆ ਜਿਹੜੀ ਦੁਲਹਨ ਹੈ ਉਹ ਯਿਸੂ ਮਸੀਹ ਆਪ ਉਠਾ ਕੇ ਇਸ ਦੁਨੀਆ ਤੋਂ ਲੈ ਕੇ ਜਾਣਗੇ। ਉਠਾ ਕੇ ਯਾਨੀ ਦੁਲਹਾ ਜਿਹੜਾ ਹੈ ਉਹ ਆਪਣੀ ਕਲੀਸਿਆ ਨੂੰ ਜ਼ਰੂਰ ਲੈਣ ਆਏਗਾ, ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਅਜ਼ੀਜ਼ ਭੈਣੋ ਭਾਈਓ, ਇਹ ਕੋਈ ਇੱਕ ਆਮ ਕਹਾਣੀ ਕੋਈ ਕਿਸੇ ਨਾਵਲ ਦੀ ਜਾਂ ਕਿਸੇ ਕਹਾਣੀਆਂ ਦੀ ਕਿਤਾਬ ਦੇ ਵਿੱਚੋਂ ਨਹੀਂ, ਬਲਕਿ ਇਹ ਐਸੀ ਕਿਤਾਬ ਹੈ ਬਾਈਬਲ ਮੁਕੱਦਸ ਅਜ਼ੀਜ਼ ਭੈਣੋ ਭਾਈਓ ਕਿ ਇਹ ਅਥੈਂਟਿਕ ਹੈ। ਇਹਦੇ ਤੇ ਇਹਨੂੰ ਕੋਈ ਝੁਠਲਾ ਨਹੀਂ ਸਕਦਾ, ਕਿਉਂਕਿ ਬਹੁਤ ਹਜ਼ਾਰਾਂ ਸਾਲ ਪਹਿਲੇ ਦੀ ਬਾਈਬਲ ਮੁਕੱਦਸ ਜਿਹੜੀ ਲਿਖੀ ਗਈ ਹੈ, ਇਹਦੇ ਉਹ ਤਜਰਬਾਤ ਨੇ ਜਿਹੜੇ ਖੁਦਾ ਦੇ ਲੋਕਾਂ ਦੇ ਨਾਲ ਹੁੰਦੇ ਰਹੇ ਨੇ। ਔਰ ਬਜ਼ੁਰਗ ਅੱਜ ਵੀ ਉਹਨਾਂ ਦਾ ਨਾਮ ਜਦੋਂ ਲੈਂਦੇ ਆ ਤੇ ਦੁਨੀਆ ਦੇ ਵਿੱਚ ਇੱਕ ਉਹਨਾਂ ਦਾ ਮਕਾਮ ਹੈ, ਦੁਨੀਆ ਇੱਕਦਮ ਖਲੋ ਕੇ ਸੁਣਦੀ ਹੈ ਕਿ ਹਾਂ ਜਦੋਂ ਅਸੀਂ ਅਬਰਾਹਮ ਦਾ ਨਾਮ ਲੈਂਦੇ ਹਾਂ, ਖੁਦਾ ਦੇ ਖਾਦਮ, ਖੁਦਾ ਦੇ ਪਿਆਰੇ ਨਬੀ ਅਬਰਾਹਮ ਦਾ ਨਾਮ ਲੈਂਦੇ ਆ ਤੇ ਲੋਕੀ ਇੱਕਦਮ ਮਤਲਬ ਕਿ ਅੱਖਾਂ ਉਹਨਾਂ ਦੀਆਂ ਖੁੱਲ੍ਹ ਜਾਂਦੀਆਂ ਨੇ, ਕੰਨ ਉਹਨਾਂ ਦੇ ਇੱਕਦਮ ਤਿਆਰ ਹੋ ਜਾਂਦੇ ਨੇ ਸੁਣਨ ਨੂੰ ਕਿ ਅਬਰਾਹਮ ਖੁਦਾ ਦੇ ਨਬੀ, ਪਿਆਰੇ ਨਬੀ ਔਰ ਖੁਦਾ ਦੇ ਬੜੇ ਵੱਡੇ ਖਾਦਮ। ਜਦੋਂ ਅਸੀਂ ਮੋਜ਼ਸ ਦਾ ਨਾਮ ਲੈਂਦੇ ਹਾਂ, ਹਾਂਜੀ ਮੂਸਾ, ਤੇ ਅਜ਼ੀਜ਼ ਭੈਣੋ ਭਾਈਓ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਵਾਕਈ ਮੋਜ਼ਸ ਦਾ ਨਾਮ ਕੌਣ ਨਹੀਂ ਜਾਣਦਾ। ਮੂਸਾ ਦਾ ਨਾਮ, ਮੂਸਾ ਜਿਹੜੇ ਖੁਦਾ ਦੇ ਪਿਆਰੇ ਨਬੀ ਔਰ ਜਲੀਲ ਉਲ ਕਦਰ ਨਬੀ ਜਿਹੜੇ ਸਨ, ਔਰ ਸ਼ਰੀਅਤ ਦੇ ਲੇਖਕ, ਹਾਂਜੀ ਬਾਈਬਲ ਮੁਕੱਦਸ ਤੌਰਾ ਦੇ ਲਿਖਣ ਵਾਲੇ ਜਿਹੜੇ ਨਬੀ ਮੂਸਾ, ਜਦੋਂ ਅਸੀਂ ਨਾਮ ਲੈਂਦੇ ਹਾਂ ਲਾਪਰੀ ਤੇ ਮਤਲਬ ਕਿ ਸੁਣਨ ਵਾਲੇ ਸੁਣਨ ਨੂੰ ਤਿਆਰ ਹੋ ਜਾਂਦੇ ਨੇ, ਕੋਈ ਇੱਕ ਆਮ ਸ਼ਖਸ ਨਹੀਂ ਨਾ। ਹਾਲੇਲੂਇਆ, ਠੀਕ ਹੈ ਨਾ। ਇਹ ਜਿਹੜੀ ਬਾਈਬਲ ਮੁਕੱਦਸ ਜਦੋਂ ਜੇਕਬ ਦਾ ਨਾਮ ਲੈਂਦੇ, ਯਾਕੂਬ ਦਾ ਨਾਮ ਲੈਂਦੇ, ਇਸਹਾਕ ਦਾ ਨਾਮ ਲੈਂਦੇ, ਇਹ ਸਾਰੀਆਂ ਗੱਲਾਂ ਜਦੋਂ ਅਸੀਂ ਬਾਈਬਲ ਮੁਕੱਦਸ ਦੇ ਉਹਨਾਂ ਅੰਬੀਆ ਜਿਹੜੇ ਨਬੀ ਸਨ ਉਹਨਾਂ ਦਾ ਜਦੋਂ ਅਜ਼ੀਜ਼ ਭੈਣੋ ਭਾਈਓ ਨਾਮ ਲੈਂਦੇ ਹਾਂ ਤੇ ਸਾਨੂੰ ਫੌਰਨ ਪਤਾ ਲੱਗਦਾ ਕਿ ਇਹਨਾਂ ਦੀ ਜਿਹੜੀ ਹਿਸਟਰੀ ਹੈ, ਇਹਨਾਂ ਦੀ ਜਿਹੜੀ ਤਾਰੀਖ ਹੈ, ਇਹਨਾਂ ਦੇ ਮਤਲਬ ਕਿ ਇਹਨਾਂ ਦੇ ਕੰਮ ਜਿਹੜੇ ਨੇ ਔਰ ਇਹਨਾਂ ਦਾ ਜਿਹੜਾ ਤਾਲੁਕ ਸੀ ਖੁਦਾ ਦੇ ਨਾਲ, ਇਹਨਾਂ ਨਬੀਆਂ ਦਾ, ਉਹ ਸਾਨੂੰ ਕਿੱਥੇ ਮਿਲਦਾ ਹੈ ਲਾਪ੍ਰੀਤ? ਕਲਾਮੇ ਮੁਕੱਦਸ, ਬਾਈਬਲ ਮੁਕੱਦਸ, ਹੋਰ ਕੋਈ ਕਿਤਾਬ ਨਹੀਂ। ਇਹਨਾਂ ਨੇ ਕੋਈ ਵੱਖਰੀਆਂ ਕਿਤਾਬਾਂ ਨਹੀਂ ਲਿਖੀਆਂ, ਜਾਂ ਇਬਰਾਹਿਮ ਦੀ ਕੋਈ ਵੱਖਰੀ ਕਿਤਾਬ ਨਹੀਂ, ਨਾ ਮੋਜ਼ਸ ਦੀ ਕੋਈ ਵੱਖਰੀ ਕਿਤਾਬ ਨਹੀਂ। ਬਾਈਬਲ ਮੁਕੱਦਸ ਦੇ ਵਿੱਚ ਇਹ ਕਲਮ ਬੰਦ ਕੀਤੀਆਂ ਗਈਆਂ, ਇਹਨਾਂ ਦੇ ਵਿੱਚ ਮੌਜੂਦ ਨੇ। ਬਾਕੀ ਇਹਨਾਂ ਨੂੰ ਕਿਤੇ ਹੋਰ ਵੀ ਲਿਖ ਲਿਆ ਜਾ ਤਾਂ ਮੋਜ਼ਸ ਨਬੀ ਜਿਹੜੇ ਨੇ ਉਹ ਨਬੀ ਨੇ,
ਅਬਰਾਹਮ ਨਬੀ ਨੇ, ਇਜ਼ਹਾਕ ਨਬੀ ਨੇ, ਔਰ ਮਤਲਬ ਕਿ ਯਾਕੂਬ ਨਬੀ ਨੇ, ਇਹ ਕਿੰਨੇ ਅੰਬੀਆ ਜਿਹੜੇ ਨਬੀ ਨੇ, ਉਹਨਾਂ ਦੀ ਜਦੋਂ ਅਸੀਂ ਹਿਸਟਰੀ ਅਜ਼ੀਜ਼ ਭੈਣੋ ਭਾਈ ਪੜ੍ਹਨੇ ਆ ਤੇ ਸਾਨੂੰ ਪਤਾ ਲੱਗਦਾ ਕਿ ਇਹ ਬਾਈਬਲ ਮੁਕੱਦਸ ਦੇ ਵਿੱਚ ਲਿਖੇ ਹੋਏ ਇਹਨਾਂ ਦੀ ਹਿਸਟਰੀ ਮੌਜੂਦ ਹੈ, ਇਹਨਾਂ ਦੇ ਕੰਮ ਕਾਜ ਜਿਹੜੇ ਜੋ ਕੁਛ ਇਹਨਾਂ ਨੇ ਕੀਤਾ ਖੁਦਾ ਦੀ ਕੌਮ ਲਈ, ਔਰ ਜਿਹੜੇ ਉਸ ਕੌਮ ਨੂੰ ਤਿਆਰ ਕੀਤਾ ਜਿਹੜੀ ਪਰਮੇਸ਼ਰ ਇੱਕ ਵਾਹਿਦ ਖੁਦਾ ਨੂੰ ਮੰਨਦੇ, ਯਹੋਵਾ ਖੁਦਾ ਨੂੰ ਮੰਨਣ ਵਾਲੀ ਕੌਮ ਸੀ। ਤੇ ਅਜ਼ੀਜ਼ ਭੈਣੋ ਭਾਈਓ, ਜਿਹੜੇ ਪਰਮੇਸ਼ਰ ਨੂੰ ਮੰਨਦੇ ਨੇ, ਅੱਜ ਜਿਹੜੀ ਕਲੀਸਿਆ ਹੈ, ਅੱਜ ਦਾ ਜਿਹੜਾ ਪ੍ਰੋਗਰਾਮ ਲਾਪਰੀ ਕਲੀਸਿਆ ਦਾ ਪ੍ਰੋਗਰਾਮ ਹੈ, ਔਰ ਜਦੋਂ ਖੁਦਾ ਆਪਣੇ ਨਬੀਆਂ ਨੂੰ ਇੰਨਾ ਇਖਤਿਆਰ ਦਿੰਦਾ ਸੀ, ਹਾਲੇਲੂਇਆ, ਤੇ ਉਹ ਆਪਣੀ ਦੁਲਹਨ ਨੂੰ, ਜਿਹੜੀ ਉਹਦੇ ਘਰ ਦੀ ਦੁਲਹਨ ਯਾਨੀ ਕਲੀਸਿਆ ਤਿਆਰ ਹੋ ਰਹੀ ਹੈ, ਉਹਦੇ ਹੱਥ ਵਿੱਚ ਕਿੰਨਾ ਕੁ ਇਖਤਿਆਰ ਦਿੱਤਾ ਹੋਏਗਾ। ਆਮੀਨ। ਔਰ ਬਾਈਬਲ ਅੰਜੀਲੇ ਮੁਕੱਦਸ ਅਜ਼ੀਜ਼ ਭੈਣੋ ਭਾਈ, ਨਿਊ ਟੈਸਟਮੈਂਟ ਸਾਨੂੰ ਦੱਸਦੀ, ਜਦੋਂ ਖੁਦਾ ਯਿਸੂ ਮਸੀਹ ਦੇ ਉਹ ਜਿਹੜੇ ਕਲਮੇ ਨੇ ਉਹਨਾਂ ਦੇ ਮੂੰਹ ਮੁਬਾਰਕ ਚੋਂ ਨਿਕਲਦੇ ਨੇ, ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਇਖਤਿਆਰ ਖੁਦਾਵੰਦ ਯਿਸੂ ਮਸੀਹ ਕੋਲ ਹੈ, ਉਹ ਜਦੋਂ ਆਪਣਾ ਇਖਤਿਆਰ ਇੱਕ ਮਾਲਕ ਕਿਸੇ ਨੂੰ ਦਿੰਦਾ ਹੈ, ਆਪਣੇ ਬੇਟੇ ਨੂੰ ਦਿੰਦਾ ਹੈ, ਤੇ ਬਿਲਕੁਲ ਉਹੀ ਇਖਤਿਆਰ ਹੁੰਦਾ। ਹਾਲੇਲੂਇਆ, ਠੀਕ ਹੈ, ਜੋ ਆਪਣਾ ਬਾਪ ਸਾਨੂੰ ਇਖਤਿਆਰ ਦਿੱਤਾ ਹੈ, ਅਸੀਂ ਉਹਦੇ ਔਲਾਦ ਹੁੰਦੇ ਆ। ਸਾਡਾ ਜੇ ਫਾਰ ਐਗਜ਼ਾਮਪਲ ਮੇਰਾ ਜਿਹੜੇ ਡੈਡੀ ਨੇ ਅਜ਼ੀਜ਼ ਭੈਣੋ ਭਾਈਓ, ਜਿਹੜਾ ਉਹਨਾਂ ਦਾ ਇਖਤਿਆਰ ਹੈ, ਉਹਨਾਂ ਦਾ ਜੋ ਕੁਛ ਰਹਿਣ ਸਹਿਣ, ਬੈਠਣਾ ਉੱਠਣਾ, ਕੰਮ ਕਾਜ ਦਾ ਤਰੀਕਾ, ਬਿਜ਼ਨਸ ਹੈ ਉਹਨਾਂ ਦਾ, ਉਹ ਮੇਰਾ ਹੈ। ਠੀਕ ਹੈ ਨਾ, ਜੋ ਉਹਨਾਂ ਕੋਲ ਇਖਤਿਆਰ ਹੈ, ਜੋ ਸਟੈਂਪ ਉਹ ਸਾਈਨ ਕਰਦੇ ਨੇ, ਉਹ ਬੇਟਾ ਵੀ ਕਰ ਸਕਦਾ। ਠੀਕ ਹੈ ਨਾ, ਬੇਟਾ ਉਹਨਾਂ ਦੇ ਨਾਲ ਹੀ ਕੰਮ ਕਰ ਰਿਹਾ। ਔਰ ਅਜ਼ੀਜ਼ ਭੈਣੋ ਭਾਈਓ, ਖੁਦਾਵੰਦ ਯਿਸੂ ਮਸੀਹ ਆਪਣੇ ਬੇਟੇ ਨੂੰ ਜਿਹੜੇ ਚੁਣੇ ਨੇ, ਦੁਨੀਆ 'ਚ ਕੰਮ ਕਰ ਰਹੇ ਨੇ, ਲਾਪ੍ਰੀਤ ਜਿਹੜੇ ਦੁਨੀਆ 'ਚ ਕੰਮ ਕਰ ਰਹੇ ਨੇ, ਆਸਮਾਨ ਦੇ ਵਿੱਚ ਕਰੋੜਾਂ ਹੀ ਫਰਿਸ਼ਤੇ ਨੇ ਜਿਹੜੇ ਖੁਦਾਵੰਦ ਦੇ ਅੱਗੇ ਖਲੋਤੇ ਰਹਿੰਦੇ ਹਰ ਟਾਈਮ। ਹਾਲੇਲੂਇਆ, ਉਹ ਹੁਕਮ ਹੁੰਦਾ ਤੇ ਉਹ ਕੰਮ ਕਰਦੇ ਨੇ। ਜਿਹੜੇ ਵੱਡੇ ਵੱਡੇ ਜਲੀਲੁਲ ਕਦਰ ਨਾਮ ਨੇ ਫਰਿਸ਼ਤਿਆਂ ਦੇ, ਉਹ ਖੁਦਾ ਦਾ ਹੁਕਮ ਮੰਨਦੇ ਨੇ, ਔਰ ਅਜ਼ੀਜ਼ ਭੈਣੋ ਭਾਈਓ ਉਸ ਕੰਮ ਨੂੰ ਪੂਰਾ ਕਰਦੇ ਨੇ। ਅੱਜ ਅਸੀਂ ਇਖਤਿਆਰ ਦੇ ਬਾਰੇ 'ਚ ਗੱਲਬਾਤ ਕਰਾਂਗੇ ਕਿ ਖੁਦਾ ਨੇ ਜੋ ਕੁਛ ਯਿਸੂ ਮਸੀਹ ਦੇ ਕੋਲ ਇਖਤਿਆਰ ਹੈ, ਖੁਦਾਵੰਦ ਯਿਸੂ ਮਸੀਹ ਕੋਲ ਇਖਤਿਆਰ ਹੈ, ਉਹ ਆਪਣੇ ਬੱਚਿਆਂ ਨੂੰ ਦਿੰਦੇ ਨੇ। ਠੀਕ ਹੈ ਨਾ, ਆਪਣੇ ਮੰਨਣ ਵਾਲਿਆਂ ਨੂੰ ਦਿੰਦੇ ਨੇ, ਆਪਣੇ ਚੁਣੇ ਹੋਏ ਲੋਕਾਂ ਨੂੰ ਦਿੰਦੇ ਨੇ, ਉਹ ਖੂਨ ਖਰੀਦਿਆਂ ਨੂੰ ਦਿੰਦੇ ਨੇ, ਉਹ ਜਿਨ੍ਹਾਂ ਦੇ ਉੱਤੇ ਉਹਦੀ ਨਜ਼ਰੇ ਕਰਮ ਹੋਈ ਉਹਨਾਂ ਨੂੰ ਦਿੰਦੇ ਨੇ, ਜਿਹੜੇ ਉਹਨੇ ਬੁਲਾਏ ਹੋਏ ਉਹਨਾਂ ਨੂੰ ਦਿੰਦੇ ਨੇ। ਅਜ਼ੀਜ਼ ਭੈਣੋ ਭਾਈ, ਇਹ ਸਾਰੀਆਂ ਗੱਲਾਂ ਮਿਲ ਕੇ ਇੱਕ ਕਲੀਸਿਆ ਦੀ ਸਫਾਤ ਦੀ ਗੱਲ ਕਰ ਰਹੇ ਆ। ਔਰ ਕਲੀਸਿਆ ਦੀ ਜਿਹੜੀਆਂ ਜੋ ਖੁਦਾਵੰਦ ਦੇ ਵਿੱਚ ਸਿਫਤਾਂ ਨੇ ਖੁਦਾਵੰਦ ਯਿਸੂ ਮਸੀਹ ਦੇ, ਉਹਨੇ ਆਪਣੇ ਸਿਫਤਾਂ ਆਪਣੇ ਬੱਚਿਆਂ ਨੂੰ ਦਿੱਤੀਆਂ। ਜਿੰਨਾ ਚੱਕ ਅਸੀਂ ਸਿਫਤਾਂ ਪਰਮੇਸ਼ਵਰ ਯਿਸੂ ਮਸੀਹ ਦੀਆਂ ਆਪਣੇ ਚੋਂ ਦਿਖਾਵਾਂਗੇ ਨਹੀਂ, ਉਹਨਾਂ ਨੂੰ ਮੈਂ ਮਤਲਬ ਕਿ ਸਿੰਪਲ ਵਰਡ 'ਚ ਇਹ ਕਹਿਣਾ ਚਾਹੁੰਦਾ, ਲਫ਼ਜ਼ਾਂ 'ਚ ਇਹ ਕਹਿਣਾ ਚਾਹੁੰਦਾ ਕਿ ਪਰਮੇਸ਼ਵਰ ਯਿਸੂ ਮਸੀਹ ਨੇ ਸਾਡੇ ਅੰਦਰ ਜੋ ਉਹਨਾਂ ਦੀ ਸਿਫਾਤ ਸਨ, ਜਦੋਂ ਸਾਡੇ ਅੰਦਰ ਕੰਮ ਕਰਦੀਆਂ ਨੇ, ਅਸੀਂ ਖੁਦਾਵੰਦ ਯਿਸੂ ਮਸੀਹ ਨਹੀਂ ਹੋ ਸਕਦੇ, ਲੇਕਿਨ ਉਹਨਾਂ ਦੀ ਜਿਹੜੀ ਸਿਫਤਾਂ, ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ, ਜਿਹੜਾ ਉਹਨਾਂ ਦਾ ਕਲਮਾ ਹੈ, ਜਿਹੜਾ ਉਹਨਾਂ ਦਾ ਪਵਿੱਤਰ ਆਤਮਾ ਉਹਨਾਂ ਨੇ ਸਾਨੂੰ ਦਿੱਤਾ ਹੈ, ਉਹ ਜਦੋਂ ਅੰਦਰ ਕੰਮ ਕਰਦਾ ਤੇ ਉਹ ਸਿਫਤਾਂ ਕਿਸ ਤਰੀਕੇ ਦੇ ਨਾਲ ਲਾਪਰੀ ਫਰੂਟ ਬਣ ਕੇ ਸਾਡੀਆਂ ਸਫਾਤ ਸਾਡੇ ਅੰਦਰੋਂ ਨਜ਼ਰ ਆਉਂਦੀਆਂ। ਫਿਰ ਅਸੀਂ ਕਹਿੰਦੇ ਕਿ ਇਹ ਲੋਕ ਉਹ ਨੇ ਜਿਹੜੇ ਖੁਦਾਵੰਦ ਯਿਸੂ ਮਸੀਹ ਨੂੰ ਮੰਨਦੇ ਨੇ, ਇਹ ਮਸੀਹ ਵਗਰੀਆਂ ਗੱਲਾਂ ਕਰਦੇ ਨੇ, ਇਹ ਮਸੀਹ ਵਗਰਾ ਚਾਲ ਚਲਨ ਹੈ, ਉਹਦੇ ਵਾਂਗਰ ਗੱਲਾਂ ਕਰਦੇ ਨੇ। ਉਸੇ ਤਰ੍ਹਾਂ ਜਦੋਂ ਇਖਤਿਆਰ ਨੂੰ ਇਸਤੇਮਾਲ ਕਰਦੇ ਨੇ ਤੇ ਅਸੀਂ ਲਾਪਰੀਤ ਇਖਤਿਆਰ ਨੂੰ ਇਸਤੇਮਾਲ ਕਰਦੇ ਹੋਏ ਅਸੀਂ ਮੱਤੀ ਦੀ ਇੰਜੀਲ ਤੇ ਉਹਦਾ 18 ਅਸੀਂ ਪੜ੍ਹੀਏ ਤੇ ਫਿਰ ਅਸੀਂ ਗੱਲ ਕਰਨਾ। ਅਜ਼ੀਜ਼ ਭੈਣੋ ਭਾਈਓ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਇਸ ਤੋਂ ਪਹਿਲੇ ਕਿ ਲਾਪਰੀਤ ਹਵਾਲਾ ਪੜ੍ਹੇ, ਅਸੀਂ ਮੱਤੀ ਦੀ ਇੰਜੀਲ ਮੈਥਿਊ ਚੈਪਟਰ 18 ਵਰਸ 18, ਠੀਕ ਹੈ ਨਾ, ਇਹ ਜਦੋਂ ਪੜਾਂਗੇ ਸਾਨੂੰ ਪਤਾ ਲੱਗੇਗਾ ਵੀ ਖੁਦਾਵੰਦ 18 ਤੋਂ 20 ਤੱਕ। ਲੇਕਿਨ ਇੱਕ ਗੱਲ ਹੋਰ ਹੈ, ਇਸ ਇਖਤਿਆਰ ਨੂੰ ਲੈ ਕੇ ਜਾਣ ਲਈ, ਲੋਕਾਂ ਤੱਕ ਪਹੁੰਚਾਉਣ ਲਈ, ਕਿ ਖੁਦਾਵੰਦ ਯਿਸੂ ਮਸੀਹ ਕੋਲ ਬਾਪ ਨੇ ਉਹਨਾਂ ਨੂੰ ਇਖਤਿਆਰ ਦਿੱਤਾ। ਠੀਕ ਹੈ, ਕੀ ਇਖਤਿਆਰ ਸੀ? ਉਹ ਇਖਤਿਆਰ ਜਿਹੜਾ ਹੈ ਉਹ ਕੋਈ ਛੋਟਾ ਆਮ ਕੋਈ ਬਿਜ਼ਨਸਮੈਨ ਦਾ ਜਾਂ ਦੁਨੀਆ ਦਾ ਇਖਤਿਆਰ ਨਹੀਂ ਹੈ। ਠੀਕ ਹੈ ਨਾ, ਉਹਨਾਂ ਨੂੰ ਕੁੱਲ ਕਾਇਨਾਤ ਦੇ ਉੱਤੇ ਅਜ਼ੀਜ਼ ਭੈਣੋ ਭਾਈਓ ਇਖਤਿਆਰ ਮਿਲਿਆ, ਔਰ ਉਸ ਇਖਤਿਆਰ ਨੂੰ ਉਹਨਾਂ ਨੇ ਇਸਤੇਮਾਲ ਕੀਤਾ। ਔਰ ਫਿਰ ਇਹ ਨਹੀਂ ਕਿ ਉਹ ਆਪਣਾ ਇਖਤਿਆਰ ਇੱਥੇ ਆਪਣੇ ਬੱਚਿਆਂ ਨੂੰ ਮਤਲਬ ਕਿ ਲਾਉਬਾਲੀ ਇੱਥੇ ਮਤਲਬ ਫਿਰਨ ਲਈ ਸੜਕਾਂ ਦੇ ਵਿੱਚ ਛੱਡ ਗਏ, ਨਹੀਂ, ਉਹਨਾਂ ਨੂੰ ਆਪਣੀ ਬਾਦਸ਼ਾਹੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਆਪਣੇ ਬੇਟਿਆਂ ਨੂੰ ਕੀਤਾ, ਜਿਨ੍ਹਾਂ ਨੂੰ ਉਹਨੇ ਚੁਣਿਆ ਸੀ। 18 ਆਇਤ ਅਸੀਂ ਪੜਾਂਗੇ, 18 ਔਰ ਇਸ ਇਖਤਿਆਰ ਨੂੰ ਲਾਪਰੀਤ ਪੜ੍ਹ ਕੇ ਫਿਰ ਅਸੀਂ ਗੱਲ ਕਰਾਂਗੇ ਕਿ ਇਸ ਇਖਤਿਆਰ ਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਮੱਤੀ 18 ਉਹਦਾ 18ਵਾਂ ਬਾਬ ਤੇ 18ਵੀਂ ਆਇਤ ਜੀ। ਇਸ ਲਈ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ
ਕਿ ਜੋ ਤੁਸੀਂ ਧਰਤੀ ਤੇ ਮਨਾ ਕਰੋਗੇ ਉਹ ਸਵਰਗ ਵਿੱਚ ਵੀ ਮਨਾ ਹੋ ਜਾਵੇਗਾ, ਅਤੇ ਜਿਸ ਦੇ ਲਈ ਤੁਸੀਂ ਧਰਤੀ ਉੱਤੇ ਇਜਾਜ਼ਤ ਦੇਵੋਗੇ ਉਸ ਦੀ ਸਵਰਗ ਵਿੱਚ ਵੀ ਇਜਾਜ਼ਤ ਦਿੱਤੀ ਜਾਵੇਗੀ। ਹਾਲੇਲੂਇਆ। देखो जी कितनी खूबसूरत गल है कि मैं तुमसे सच कहता हूँ, खुदावंद यसू मसीह कह रहे ने, और किन्हां नूं कह रहे ने? अपने चेलियां नूं, अपने शागिर्दां नूं, और बहुत सारे लोकी उन्हां दे कोल सन, ठीक है। लेकिन स्पैशली मैं इस कह सकना कि ਜਿਹੜੇ ਉਹਦੇ ਬਿਲਕੁਲ ਨਾਲ ਸਨ, ਉਹਨਾਂ ਦੇ ਸ਼ਾਗਿਰਦ ਸਨ, ਉਹਨਾਂ ਨੂੰ ਇਖਤਿਆਰ ਦਿੰਦੇ ਨੇ, ਮੈਂ ਤੁਮਸੇ ਸੱਚ कहता हूँ। खुदावंद यसू मसीह ਨੂੰ ਇਹ ਲਫ਼ਜ਼ ਕਹਿਣ ਦੀ ਕੋਈ ਜ਼ਰੂਰਤ ਹੈ? ਉਹ ਖੁਦ ਸੱਚਾ ਹੈ, ਆਮੀਨ। ਲੇਕਿਨ ਉਹਨਾਂ ਨੂੰ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਦਿਲ ਦੀਆਂ ਤਾਰਾਂ ਹਿਲਾਉਣ ਲਈ, ਉਹਨਾਂ ਨੂੰ उनको बताने के लिए अजीज बहनों भाइयों कि खुदावंद यीशु मसीह सच्चा खुदावंद है। वो मुकाशफा की किताब में खुदावंद यीशु मसीह की जब पहले बाब से ही जब शुरू करते हैं तो ज्यादा से ज्यादा उनकी सफात का जिक्र है, यानी बार बार यूहन्ना आरफ को ये बताया जाता है कि मैं कौन हूँ, ठीक है ना। कुंजी जो उनके पास कुंजी है, ठीक है ना, कुंजी का जो उनके पास ताले खोलने की कुंजी या इख्तियार, दरवाज़ा खोलने का इख्तियार खुदावंद यीशु मसीह के पास है। अजीज़ बहनों भाइयों, जब हम समझते हैं कि खुदावंद यीशु मसीह के पास तो बहुत बड़ा इख्तियार है और वो अपने बेटे और बेटियों को, कलीसिया के अफराद को, उनमें बेटियां भी हैं, बेटे भी हैं, चुने हुए हैं, सबको, सब लोग जो हैं, उनमें क्या है कि मैं तुमसे सच कहता हूँ कि जो कुछ तुम ज़मीन पर बांधोगे ये सच है, कि तुम ये मत भूलना कि मैं आपको ऐसे ही बता के जा रहा हूँ जी, ठीक है। मैं तो जी एवं कह रहा कि भाई तू मेरे बाद भाई तू ही मालक है, नहीं 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 नहीं, नहीं। ठीक है ना, बाद च होवे या ना होवे, ये मैं बंदे की गल कर रहा, और इंसान नहीं तो खुदावंद यीशु मसीह मुकम्मल खुदा, मुकम्मल इंसान, उनकी सफात मुख्तलिफ इंसानों से है। और वो जब बात करते हैं तो मैं तुमसे सच कहता हूँ कि जो कुछ तुम जमीन पर बांधोगे वो आसमान पर बंधेगा। क्या कि जो तुम यहाँ कहोगे मैं वहां, मैं भी हाँ है, मेरी तरफ से भी हाँ। आसमान पे बांधना क्या मतलब है कि बाप और बेटा पवित्र आत्मा भी आपके साथ हैं, हैं, और वो भी आपकी, जो आप यहाँ बांध रहे हैं वो भी आसमान पे बांधा जाए, यानी हुक्म तो ऊपर से आएगा। जब ऊपर बांधा जाएगा अजीज बहनों भाइयों, जब हम कहते हैं कि खुदावंद यीशु मसीह के नाम से तू ऐ बदरू चली जाए यहाँ से, तो एकदम से वहां आसमान पे भी ये बांधा जाएगा। हम बांध रहे हैं, आसमान पे बांधा जाएगा, और पाक जो हमारी तसलीस है यानी ट्रिनिटी है, बाप बेटा रूल कुदस, इसमें सारा मुख्तलिफ, तो वो काम करना शुरू कर देते हैं। और क्या होता है कि मैं तुमसे सच कर, जो कुछ तुम जमीन पर बांधोगे वो आसमान पर बंधेगा, और जो कुछ जमीन पर खोलोगे, जब हम खोल देते हैं किसी को, किसी चीज को खोल देते हैं, ठीक है ना, बांधना और खोलना, ठीक है, ये लॉक को लॉक करना और खोलना, ये सारी मिसालें जो हमने पढ़ी हैं खुदावंद यीशु मसीह के कलाम मुकद्दस में, तो जो कुछ तुम जमीन पर खोलोगे आसमान पर खुलेगा, तो खोलने वाला आसमान है, आसमान पे खुदा खोल देगा। तो अजीज बहनों भाई, ये इख्तियार खुदावंद यीशु मसीह ने हमें बख्शा है, ये खुदा के लोग इसको इस्तेमाल कर सकते हैं। तो इस इख्तियार को, इतने बड़ा इख्तियार आप खुदावंद यीशु मसीह के बेटे बेटे होते हुए, बेटियां होते हुए, उसके शागिर्द होते हुए, उसके चेले होते हुए, जब वो इख्तियार को इस्तेमाल करते थे, और मसीहत दिन ब दिन फैलती गई। लवप्रीत इंज काम होना चाहिए। कंप्यूटर का जमाना है आजकल, लेकिन वो काम नहीं हो रहा ਜਿਹੜਾ 12 ਸ਼ਾਗਿਰਦਾਂ ਨੇ ਕਰ ਦਿੱਤਾ ਕਿ ਇਖਤਿਆਰ ਨੂੰ ਉਹਨਾਂ ਨੇ ਇਸਤੇਮਾਲ ਕੀਤਾ। ਅਸੀਂ ਇਖਤਿਆਰ ਨੂੰ ਕਦੀ ਕਦੀ ਦਬਾਏ ਰੱਖਨੇ ਆ ਜੀ। ਬਿਲਕੁਲ ਅੱਜ ਸਾਡੇ ਕੋਲ ਇੱਕ ਮੀਡੀਆ ਹੈ अजीज बहनों भाइयों, इख्तियार आपको खुदा ने दिया है। ये इख्तियार क्या है कि आप खुदावंद के कलाम को, इस इख्तियार को जो खुदावंद यीशु मसीह ने आपको दिया है, लोगों तक ये बात पहुंचाने, बहन भाइयों के पास पहुंचाएं, लोगों के पास पहुंचाएं कि देखो खुदावंद यीशु मसीह इतना बड़ा खुदा का, अगर आप बहुत सारे लोग उनको नबी भी समझे, तो वो नबी जो है अपने मानने वालों को अपना इख्तियार दे के गया। जो खुदावंद यीशु मसीह ने किया इस दुनिया में रहकर, अपने शागिर्दों को, अपने मानने वालों को, अपने ईमानदार लोगों को जो उस पर ईमान रखते हैं, जो खून से खरीदे गए, उनकी कुर्बानी से खरीदे गए, उनको पूरा पूरा इख्तियार है कि वो जो कुछ जमीन पर बांधेंगे वो आसमान पर बंध जाएगा, हो जाएगा। जो खोलोगे वो खुल जाएगा। तो अजीज बहनों भाइयों,
آپ بڑھ کر اس چینل کے ذریعے سے اس پیغام کو لوگوں تک پہنچائے. یہ 2-3 دن سے لگا ہوا 1687. ٹھیک ہے جی. اب یہ اختیار ہے کہ آپ اس کو ختم کر سکتے ہیں, اس کو مٹا سکتے ہیں, اور اس کو مکمل, اس کو جو کمپلیٹ جو 12,500 ہے اس کو کمپلیٹ کر سکتے ہیں. آپ کو اختیار دیا گیا. خدا یسوع کی خیال ہے. ਬਿਲਕੁਲ ਤੁਸੀਂ ਸਹੀ ਕਿਹਾ ਕਿ ਪਰਮੇਸ਼ਰ ਨੇ ਸਾਨੂੰ ਉਹ ਸਾਰੀਆਂ ਬਰਕਤਾਂ ਦਿੱਤੀਆਂ ਹੋਈਆਂ ਨੇ. ਇਸ ਬਰਕਤਾਂ ਦੇ ਅਸੀਂ ਜੇ ਅੱਜ ਦੇਖੀਏ ਕਿ ਜੇ ਅਸੀਂ ਦਿੰਦੇ ਆ ਤੇ ਉਹਦੇ ਵਿੱਚੋਂ ਵੀ ਖੁਦਾ ਨੇ ਸਾਨੂੰ ਆਲਰੇਡੀ ਬਲੈਸ ਕੀਤਾ ਹੋਇਆ. ਖੁਦਾ ਨੇ ਸਾਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ, ਮੁਹੱਈਆ ਕੀਤੀਆਂ ਹੋਈਆਂ ਨੇ, ਤੇ ਅਸੀਂ ਉਹਨਾਂ ਦਿੱਤਿਆਂ ਦੇ ਵਿੱਚੋਂ ਦਿੰਦੇ ਆ. ਤੇ ਤੁਸੀਂ ਬੜੀ ਪਿਆਰੀ ਗੱਲ ਕੀਤੀ ਹੈ ਕਿ ਖੁਦਾ ਨੇ ਸਾਨੂੰ, ਉਸ ਪਰਮੇਸ਼ਰ ਨੇ, ਜਿੰਦਾ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤਾ ਹੈ, ਸਾਨੂੰ ਹੱਕ ਦਿੱਤਾ ਹੈ ਕਿ ਜੋ ਅਸੀਂ ਜ਼ਮੀਨ ਤੇ ਬੰਨਦੇ ਆ ਸਵਰਗ ਤੇ ਵੀ ਵੱਜ ਜਾਵੇਗਾ, ਤੇ ਜੋ ਅਸੀਂ ਇੱਥੇ ਖੋਲ ਦਿੰਦੇ ਆ ਉਹ ਸਵਰਗ ਉੱਤੇ ਵੀ ਖੋਲ ਜਾਵੇਗਾ. ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਇਸ ਦੇ ਨਾਲ ਨਾਲ ਹੀ ਬੜੀ ਪਿਆਰੀ ਆਇਤ ਜਦੋਂ ਅਸੀਂ ਕਰੰਥੀਆਂ ਪੜ੍ਹਦੇ ਹਾਂ, ਜਦੋਂ ਪੌਲ ਲਿਖਦਾ ਆ ਤੇ ਉਹਦਾ ਕਿ ਉਹ ਅਧਿਕਾਰ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਉਹ ਅਧਿਕਾਰ ਨੂੰ ਵਰਤਣ ਦੇ ਲਈ ਸਾਨੂੰ ਉਸ ਪਰਮੇਸ਼ਰ ਦੀ ਅਕਲ ਦੀ ਬੜੀ ਜ਼ਰੂਰਤ ਹੈ, ਕਿਉਂਕਿ ਉਸ ਅਕਲ ਤੋਂ ਬਿਨਾਂ ਅਸੀਂ ਪਰਮੇਸ਼ਰ ਦੇ ਦਿੱਤੇ ਅਧਿਕਾਰ ਨੂੰ ਵਰਤ ਨਹੀਂ ਸਕਦੇ, ਨਾ ਹੀ ਸਾਨੂੰ ਪਤਾ ਲੱਗੇਗਾ ਕਿ ਪਰਮੇਸ਼ਰ ਨੇ ਸਾਨੂੰ ਅਧਿਕਾਰ ਕੀ ਦਿੱਤਾ ਹੈ. ਹਾਲੇਲੂਇਆ. ਤੇ ਜਦੋਂ ਬਹੁਤ ਅੱਛੀ ਗੱਲ ਕੀਤੀ ਇਹ ਤੇ ਗੱਲ ਕਰਾਂਗੇ ਅਧਿਕਾਰ ਨੂੰ ਸਮਝਣਾ ਕਿਸ ਤਰ੍ਹਾਂ. ਹਾਂਜੀ ਮੈਂ ਕਰੰਥੀਆਂ, ਪਹਿਲਾ ਕਰੰਥੀਆਂ ਉਹਦਾ 2 ਬਾਬ ਤੇ ਉਹਦੀ 6ਵੀਂ ਤੇ 7ਵੀਂ ਆਇਤ ਪੜਾਂਗਾ, ਤੇ ਉਹਦਾ ਟਾਈਟਲ ਹੈਗਾ ਪਰਮੇਸ਼ਵਰ ਦਾ ਗਿਆਨ. 2 ਬਾਬ ਸਾਰਿਆਂ ਨੂੰ ਹਵਾਲਾ ਦੇ ਦਿੱਤਾ ਜਾਵੇ. ਅਜ਼ੀਜ਼ ਭੈਣੋ ਭਾਈਓ, 1 ਕਰੰਥੀਅਨ ਉਹਦਾ 2 ਬਾਬ ਚੈਪਟਰ 2, ਹਾਂਜੀ, ਉਹਦੀ 6ਵੀਂ ਤੇ 7ਵੀਂ 6 ਹਾਂਜੀ. ਹਾਂ, ਅਸੀਂ ਉਹਨਾਂ ਨਾਲ ਜੋ ਆਤਮਿਕ ਤੌਰ ਤੇ ਸਿਆਣੇ ਹੋ ਚੁੱਕੇ ਹਨ ਗਿਆਨ ਦੀਆਂ ਗੱਲਾਂ ਕਰਦੇ ਹਾਂ, ਪਰ ਇਹ ਗਿਆਨ ਇਸ ਸੰਸਾਰ ਦਾ ਨਹੀਂ ਹੈ ਅਤੇ ਨਾ ਹੀ ਇਸ ਸੰਸਾਰ ਦੇ ਰਾਜ ਅਧਿਕਾਰੀਆਂ ਦਾ ਜੋ ਮਿਟਣ ਵਾਲੇ ਹਨ, ਸਗੋਂ ਅਸੀਂ ਪਰਮੇਸ਼ਵਰ ਦੇ ਉਸ ਗੁਪਤ ਗਿਆਨ ਦੇ ਬਾਰੇ ਬੋਲਦੇ ਹਾਂ ਜੋ ਆਦਮੀਆਂ ਦੀ ਸਮਝ ਤੋਂ ਦੂਰ ਹੈ ਅਤੇ ਜੋ ਪਰਮੇਸ਼ਵਰ ਨੇ ਆਦਿ ਕਾਲ ਤੋਂ ਹੀ ਸਾਡੀ ਵਡਿਆਈ ਦੇ ਲਈ ਠਹਿਰਾਇਆ ਸੀ. ਆਮੀਨ. ਹਾਲੇਲੂਇਆ. ਤੇ ਇਹਦੇ ਵਿੱਚ ਜਦੋਂ ਪੌਲ ਲਿਖਦਾ, ਅਸੀਂ ਜਾਣਦੇ ਹਾਂ ਕਿ ਕਰੰਥੀਅਨ ਦੇ ਵਿੱਚ ਜਦੋਂ ਕਿ ਉੱਥੋਂ ਦੀ ਚਰਚਿਸ ਦੇ ਵਿੱਚ ਜੋ ਉਹਨਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਸੀਗੀਆਂ ਕਿ ਉਹ ਸਾਰੇ ਉਹ ਮਸੀਹੀ ਸੀਗੇ ਕਿ ਜਿਹੜੇ ਦੂਸਰੇ ਕੌਮਾਂ ਤੋਂ ਜਿਹੜੇ ਮਸੀਹ ਦੇ ਉੱਤੇ ਵਿਸ਼ਵਾਸ ਲਿਆ ਰਹੇ ਸੀਗੇ, ਜਿਹੜੇ ਮਸੀਹ ਨੂੰ ਆਪਣੀਆਂ ਜ਼ਿੰਦਗੀਆਂ ਦੇ ਰਹੇ ਸੀਗੀਆਂ, ਤੇ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਸੀਗੀ ਕਿ ਉਹ ਜੋ ਪਿੱਛੇ ਕਰਦੇ ਆ ਰਹੇ ਸੀਗੇ, ਜੋ ਉਹਨਾਂ ਦੀ ਆਪਣੇ ਦੇ ਮਨ ਦੀਆਂ ਸੋਚਾਂ ਸੀਗੀਆਂ, ਜਾਂ ਉਹ ਸਾਰੀਆਂ ਚੀਜ਼ਾਂ ਜੋ ਰੀਤੀ ਰਿਵਾਜ ਉਹ ਕਰ ਰਹੇ ਸੀਗੇ, ਉਹ ਚੀਜ਼ਾਂ ਨੂੰ ਵੀ ਚਰਚਿਸ ਦੇ ਵਿੱਚ ਲਿਆ ਰਹੇ ਸੀਗੇ. ਤੇ ਜਿਸ ਦੇ ਕਾਰਨ ਪੌਲ ਨੂੰ ਦੁੱਖ ਪਹੁੰਚਦਾ, ਉਹ ਵੇਖ ਰਿਹਾ ਸੀਗਾ ਕਿ ਜਿਹੜੀਆਂ ਖੁਦਾ ਦਾ ਘਰ ਜਿਹੜਾ ਚਰਚ 'ਚ, ਉਹਨਾਂ ਦੇ ਵਿੱਚ ਏਕਤਾ ਨਹੀਂ ਬਣ ਰਹੀ, ਸਾਡੇ ਮਸੀਹੀ ਭੈਣਾਂ ਭਰਾਵਾਂ ਦੇ ਵਿੱਚ ਏਕਤਾ ਨਹੀਂ ਬਣ ਰਹੀ, ਕਿਉਂਕਿ ਉਹ ਆਪਣੀ ਅਕਲ ਨੂੰ ਪਰਮੇਸ਼ਵਰ ਦੇ ਘਰ ਵਰਤ ਰਹੇ ਨੇ. ਸਹੀ ਹੈ ਨਾ? ਉਹ ਆਪਣੀ ਅਕਲ ਨੂੰ ਪਰਮੇਸ਼ਵਰ ਦੇ ਘਰ ਵਰਤ ਰਹੇ ਨੇ, ਪਰਮੇਸ਼ਵਰ ਦੇ ਕੰਮਾਂ ਲਈ. ਪਰ ਇੱਥੇ ਜਦੋਂ ਅਸੀਂ ਪਹਿਲੀਆਂ ਵੀ 5 ਆਇਤਾਂ ਪੜ੍ਹਦੇ ਹਾਂ, ਉਹਦੇ ਵਿੱਚ ਵੀ ਉਹ ਪੌਲ ਦੱਸਦਾ ਹੈ ਕਿ ਮੈਂ ਜੋ ਇੱਥੇ ਤੁਹਾਨੂੰ ਵਚਨ ਦੇ ਰਿਹਾ, ਮੈਂ ਸਿਰਫ 2 ਚੀਜ਼ਾਂ, ਇੱਕ ਤੇ ਪ੍ਰਭੂ ਯਿਸੂ ਦੇ ਬਾਰੇ ਤੇ ਦੂਸਰਾ ਉਹਦੀ ਸਲੀਬੀ ਮੌਤ ਦੇ ਬਾਰੇ. ਬਿਲਕੁਲ. ਤੇ ਜੇ ਅਸੀਂ ਭੈਣੋ ਭਰਾਵੋ ਆਪਣੀ ਚਰਚਿਸ ਦੇ ਵਿੱਚ ਇਹ ਜੋ ਵੀ ਸਾਡੇ ਖੁਦਾ ਦੇ ਜੋ ਕਲਾਮ ਦਿੰਦੇ ਨੇ ਖਾਦਮ ਬੜੇ ਪਿਆਰੇ, ਤੇ ਜਦੋਂ ਅਸੀਂ ਇਹਨਾਂ ਦੋਵਾਂ ਚੀਜ਼ਾਂ ਦੇ ਉੱਤੇ ਬੋਲਦੇ ਹਾਂ ਕਿ ਪ੍ਰਭੂ ਯਿਸੂ ਦੇ ਬਾਰੇ, ਜਦੋਂ ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਨੇ ਕਿਹਾ, ਮੈਂ ਇੱਕ ਇਨਸਾਨ ਜਦੋਂ ਇਸ ਜ਼ਿੰਦਗੀ ਤੇ ਹੁੰਦਾ ਹੈ, ਇਸ ਧਰਤੀ ਤੇ ਹੁੰਦਾ ਹੈ, ਉਹਦੇ ਜੀਵਨ ਦੇ 2 ਜਿਹੜੇ ਮੋਟਿਵ ਹੁੰਦੇ ਨੇ. ਪਹਿਲਾ ਜਿਹੜਾ ਹੁੰਦਾ ਹੈ ਕਿ ਪਰਮੇਸ਼ਵਰ ਦੇ ਬਾਰੇ ਜਾਣਨਾ, ਕਿ ਮੈਂ ਇਸ ਧਰਤੀ ਤੇ ਕਿਉਂ ਹਾਂ, ਮੇਰਾ ਇੱਥੇ ਜਿਉਣਾ ਕੀ ਹੈ, ਜਾਂ ਮੇਰੇ ਮਰਨ ਤੋਂ ਬਾਅਦ ਕੀ ਹੋਣਾ ਹੈ. ਤੇ ਦੂਜਾ ਜਿਹੜਾ ਹੁੰਦਾ ਹੈ ਉਹ ਕਿ ਮੁਕਤੀ ਪਾ ਲੈਣਾ. ਤੇ ਪਰ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ 'ਚ ਪੜ੍ਹਦੇ, ਜਦੋਂ ਯੋਹੰਨਾ 'ਚ ਪਰਮੇਸ਼ਵਰ ਨੇ ਕਿਹਾ ਹੈ ਕਿ ਮੈਂ ਸੰਸਾਰ ਦਾ ਚਾਨਣ ਹਾਂ, ਮੈਂ ਮੇਰੇ ਕੋਲੋਂ ਸ਼ਾਂਤੀ ਮਿਲਦੀ ਹੈ, ਮੈਂ, ਤੇ ਜਿਹੜਾ ਦੂਸਰਾ ਜਿਹੜਾ ਉਹਦਾ ਮੋਟਿਵ ਸੀਗਾ ਉਹਦਾ ਪ੍ਰਭੂ ਯਿਸੂ ਦਾ ਕਹਿੰਦਾ ਕਿ ਜਿਹੜੀ ਮੁਕਤੀ ਹੈ, ਜਦੋਂ ਅਸੀਂ ਉਹਦੀ ਸਲੀਬੀ ਮੌਤ ਦੇ ਬਾਰੇ ਜਾਣਦੇ ਹਾਂ ਤੇ ਅਸੀਂ ਜਾਣਦੇ ਹਾਂ ਸਾਨੂੰ ਮੁਕਤੀ ਕਿਤੋਂ ਨਹੀਂ ਮਿਲ ਸਕਦੀ. ਮੁਕਤੀ ਸਿਰਫ ਤੇ ਸਿਰਫ ਪ੍ਰਭੂ ਯਿਸੂ ਦੇ, ਜਦੋਂ ਅਸੀਂ ਉਹਦੀ ਸਲੀਬੀ ਮੌਤ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਯਿਸੂ ਸਾਡੇ ਲਈ ਇਸ ਧਰਤੀ ਤੇ ਆਇਆ ਤੇ ਸਾਡੀ ਆਪਣੀ ਜਾਨ ਦਿੱਤੀ, ਤੇ ਫਿਰ ਸਾਨੂੰ ਜਿਹੜੀ ਪਰਮੇਸ਼ਰ ਦੀ ਮੁਕਤੀ ਨਸੀਬ ਹੁੰਦੀ ਆ, ਫਿਰ ਸਾਨੂੰ ਪਰਮੇਸ਼ਰ ਉਹ ਮੁਕਤੀ ਦਿੰਦਾ. ਤੇ ਸੋ ਇੱਥੇ ਪੌਲ ਲਿਖ ਰਿਹਾ ਹੈ ਕਿ ਸਾਨੂੰ ਜਦੋਂ ਅਸੀਂ ਪਰਮੇਸ਼ਰ ਦਾ ਅਧਿਕਾਰ ਵਰਤਦੇ ਹਾਂ, ਪਰਮੇਸ਼ਰ ਦੇ ਗਿਆਨ ਦੀ ਬੜੀ ਜ਼ਰੂਰਤ ਆ. ਉਹਦੇ ਗਿਆਨ ਤੋਂ ਬਿਨਾਂ ਅਸੀਂ ਉਹਦੇ ਅਧਿਕਾਰ ਨੂੰ ਨਹੀਂ ਵਰਤ ਸਕਦੇ. ਕੋਈ ਸ਼ੱਕ ਨਹੀਂ. ਅਸੀਂ ਸ਼ੁਰੂ ਤੋਂ ਪੈਦਾਇਸ਼ ਦੀ ਕਿਤਾਬ ਤੋਂ ਜੀ ਪਰਮੇਸ਼ਰ ਨੇ ਇਨਸਾਨ ਨੂੰ ਇਖਤਿਆਰ ਦਿੱਤਾ. ਅਸੀਂ ਪੈਦਾਇਸ਼ ਦੀ ਕਿਤਾਬ 'ਚ ਅਸੀਂ ਦੇਖੀਏ ਅਜ਼ੀਜ਼ ਭੈਣੋ ਭਾਈਓ, ਉਹਦਾ ਪਹਿਲਾ ਬਾਬ, ਉਹਦੀ 26 ਆਇਤ 'ਚ ਅਸੀਂ ਪੜ੍ਹ ਸਕਦੇ ਹਾਂ ਕਿ ਇਖਤਿਆਰ ਤੇ ਖੁਦਾ ਨੇ ਪਹਿਲੇ ਦੇ ਦਿੱਤਾ ਸੀ. ਹਾਲੇਲੂਇਆ.
ਠੀਕ ਹੈ ਨਾ। ਸਾਰੀ ਜਦੋਂ ਸ੍ਰਿਸ਼ਟੀ ਘੜੀ ਹੈ ਤੇ ਜਿਹੜੀ ਦੁਨੀਆ ਦੇ ਵਿੱਚ ਇਸ ਜਿਹੜਾ ਕੁਰਰਾ ਅਰਜ਼ ਹੈ, ਇਹ ਜਿਹੜੀ ਜ਼ਮੀਨ ਜਿਹਦੇ ਤੇ ਇਨਸਾਨ ਰਹਿੰਦੇ ਨੇ, ਇਹਦੇ ਵਿੱਚ ਖੁਦਾ ਨੇ ਇਨਸਾਨਾਂ ਨੂੰ ਇਖਤਿਆਰ ਦਿੱਤਾ ਸੀ। ਕਿਹਦੇ ਤੇ ਦਿੱਤਾ? 26 आयत पढ़ लिए। फिर खुदा ने कहा कि हम इंसान को अपनी सूरत पर अपनी शबीह की मानत बनाए, वो समंदर की मछलियों और आसमान के परिंदों और चौपायों और तमाम जमीन और सब जानदारों पर जो जमीन पर रेंगते हैं इख्तियार रखें। ठीक है, 26 आयत यही है कि इन्हां ਜਿਹੜੀਆਂ ਚੀਜ਼ਾਂ ਪਰਮੇਸ਼ਰ ਨੇ ਦੁਨੀਆ 'ਚ ਬਣਾਈਆਂ, ਇਨਸਾਨ ਜਿਹੜਾ ਅਸ਼ਰਫੁਲ ਮਖਲੂਕਾਤ ਜਿੰਨੀ ਖਲਕਤ ਬਣੀ ਹੈ, ਮਖਲੂਕ ਜਿਹੜੀ ਹੈ ਯਾਨੀ ਕ੍ਰੀਏਸ਼ਨ ਹੈ, ਇਹਦੇ ਤੇ ਇਨਸਾਨਾਂ ਨੂੰ ਇਖਤਿਆਰ ਦਿੱਤਾ ਹੈ। ਹਾਲੇਲੂਇਆ। ਠੀਕ ਹੈ ਨਾ। ਬਾਈਬਲ ਮੁਕੱਦਸ ਦਾ ਪਹਿਲੀ ਜਿਹੜੀ ਕਿਤਾਬ ਹੈ ਪੈਦਾਇਸ਼, ਜੈਨੇਸਿਸ ਚੈਪਟਰ 1, ਉਹਦੀ ਵਰਸ 26 ਅਸੀਂ ਪੜ੍ਹੀ ਹੈ। ਤੇ ਜਨਾਬ ਇਹ ਤੇ ਸੀ ਦੁਨੀਆ ਦੀਆਂ ਜਿਹੜੀਆਂ ਚੀਜ਼ਾਂ ਦੇ ਉੱਤੇ ਇਖਤਿਆਰ ਖੁਦਾਵੰਦ ਨੇ ਦੇ ਦਿੱਤਾ ਕਿ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਡੀਲ ਕੀਤਾ। ਕੁਝ ਹੋਰ ਜਿਹੜੇ ਇਖਤਿਆਰ ਨੇ ਖੁਦਾਵੰਦ ਯਿਸੂ ਮਸੀਹ ਨੇ ਦਿੱਤੇ ਕਿ ਮੈਂ ਤੁਹਾਨੂੰ ਆਪਣਾ ਇਖਤਿਆਰ ਦੇ ਕੇ ਜਾ ਰਿਹਾ। ਹਾਲੇਲੂਇਆ। ਠੀਕ ਹੈ ਨਾ। ਇਹ ਨਾ ਸਮਝਣਾ ਜਦੋਂ ਅਸੀਂ ਮਤੀ 28 ਪੜ੍ਹਨੇ ਆ, ਇੱਕ ਮਿੰਟ ਅਸੀਂ ਪੜ੍ਹ ਹੀ ਲਈਏ ਜੀ। ਮੈਥਿਊ ਚੈਪਟਰ 28 ਅਜ਼ੀਜ਼ ਭੈਣੋ ਭਾਈਓ, ਬੜੀ ਖੂਬਸੂਰਤ ਆਇਤ ਹੈ ਜਿਹਦੇ ਵਿੱਚ ਅਸੀਂ ਬਹੁਤ ਕੁਝ ਸਿੱਖਦੇ ਹਾਂ ਕਿ ਖੁਦਾਵੰਦ ਯਿਸੂ ਨੇ ਸਾਡੇ ਨਾਲ ਕੀ, ਸਾਨੂੰ ਕਿਸ ਕਿਸਮ ਦਾ ਇਖਤਿਆਰ ਜਾਂ ਕੀ ਸਾਨੂੰ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਕੀ ਜਾਣਦੇ ਆ ਔਰ ਖੁਦਾਵੰਦ ਯਿਸੂ ਮਸੀਹ ਸਾਡੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਨੇ। ਖੁਦਾਵੰਦ ਯਿਸੂ ਮਸੀਹ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਕਈ ਵਾਰੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਉਹਦੇ ਇਖਤਿਆਰ ਨੂੰ ਔਰ ਜਿਹੜਾ ਅਸੀਂ ਜਿਹੜੇ ਲੋਕ ਨੇ ਉਹਦੇ ਵੱਲ ਕਦੀ ਗੌਰ ਨਹੀਂ ਕੀਤਾ, ਨਾ ਚਾਬੀ ਵੱਲ ਕਦੀ ਗੌਰ ਕੀਤਾ ਕਿ ਸਾਨੂੰ ਜਿਹੜਾ रूहानी ਗੱਲਾਂ ਨੇ ਜਿਹੜੀਆਂ अजीज बहनों भाइयों आपके पास रूहानी तौर पर खुदावंद यीशु मसीह ने एक चाबी दी हुई है और आप उस लॉक को खोल भी सकते हैं और बंद भी कर सकते हैं। खुदा ने आपको इख्तियार दिया। खुदावंद यीशु मसीह के ये अल्फाज हैं कि जिसको आप यहाँ खोलोगे वो खुल जाएगा, जिसको आप बंद करोगे वो बंद हो जाएगा। तो ये जब हमने मैथ्यू की जो मत्ती की इंजील 18:18 पढ़ा तो मैथ्यू 28 में जब हम चलते हैं तो हमें एक और बात नजर आती है कि खुदावंद यीशु मसीह एक ऐसी बात कर गए हैं कि 18 आयत से शुरू करते हैं जी। यीशु ने पास आकर उनसे बातें की। किनसे बातें की? अपने शागिर्दों के साथ, और कहा कि आसमान और जमीन का कुल इख्तियार मुझे दिया गया। आमीन। अब खुदावंद यीशु मसीह के पास कुल इख्तियार है, थोड़ा इख्तियार नहीं है। हम जो हमें मिल रहा है वो जमीन पर हमें जो कुछ खुदावंद यीशु मसीह से मांगे वो हो जाता है। हालेलुया। उस इख्तियार को वो इख्तियार जो है वो खुदावंद यीशु मसीह के नाम से है। हम अपनी तरफ से कुछ नहीं कर सकते, लेकिन ये जो इख्तियार है अजीज बहनों भाइयों, ये खुदावंद यीशु मसीह के नाम से मुंसलिक है। उसके नाम के बगैर ये इख्तियार हम इस्तेमाल नहीं कर सकते। जब हम इस्तेमाल करते हैं, जो बात करते हैं, हम कहते हैं यीशु मसीह के नाम से खुल जा, तो वो खुल जाता है। अपने नाम से, सॉरी टू से, मैं कहूँ कि ये फलाने भाई के नाम से खुल जा या डैडी का नाम लेता डैडी के नाम से खुल जा, नहीं। जो ये रूहानी बातें हैं, ये 28 बाब जब हम देखें मैथ्यू 28 वर्स 18, यीशु ने पास आकर उनसे बातें की, बहुत सारी बातें की, और कहा कि आसमान और जमीन का कुल इख्तियार मुझे दिया गया है। 19 आयत, बस तुम जाकर सब कौमों को शागिर्द बनाओ, उनको बाप बेटे और रूह कुदस के नाम से बपतिस्मा दो। ये भी इख्तियार दिया गया, ये भी उनको बताया गया कि तुम जाओ। ठीक है ना। अच्छा, रूह कुदस के नाम से बपतिस्मा दो। 20वीं आयत, और उनको ये तालीम दो कि उन सब बातों पर अमल करें जिनका मैंने तुमको हुक्म दिया। देखो मैं दुनिया के आखिर तक हमेशा तुम्हारे साथ हूं। अब ये जो कुल इख्तियार रखने वाला है वो अजीज बहनों भाइयों आपके साथ है। जब 18 आयत पढ़ते हैं कि बस तुम जाकर कौमों का शागिर्द बनाए, तो आसमान और जमीन का कुल इख्तियार मुझे दिया गया है। अब जो आखिरी आयत है 20वीं, उसमें यह कि देखो दुनिया के आखिर तक तुम्हारे साथ। जब लवप्रीत इख्तियार वाला बंदा ही थोड़े नाल होवे, हालेलुया, ਤੇ ਫਿਰ ਜਿਸ ਲੋਕ ਨੂੰ ਤੁਸੀਂ ਖੋਲੋਗੇ ਉਹ ਖੁੱਲ ਜਾਏਗਾ, ਕਿਉਂਕਿ ਮਾਲਕ ਤੇ ਲੋਕ ਦਾ ਮਾਲਕ ਕੋਲ ਖਲੋਤਾ ਹੈ। ਆਮੀਨ। ਉਹਨੇ ਕਿਹਾ ਕਿ ਤੁਸੀਂ ਖੋਲੋ ਮੇਰੇ ਨਾਮ ਤੇ। ਤਾਂ ਤੁਸੀਂ ਪਤਾ ਹੈ ਕਿ ਯਾਦ ਤੁਹਾਨੂੰ ਆਏਗਾ ਕਿ ਪਤਰਸ ਇੱਕ ਵਾਰੀ ਜਾਲ ਪਾ ਕੇ ਤੇ ਪੂਰੀ ਰਾਤ ਜਾਲ ਪਾਉਂਦੇ ਰਹੇ, ਮੱਛੀਆਂ ਨਾਲ ਫੜੀਆਂ ਗਈਆਂ। ਹਾਂ ਜੀ, ਬੜੇ ਉਹ ਤੇ ਬੜੇ ਐਕਸਪਰਟ ਸਨ, ਮਾਸਟਰ ਸੀ, ਮੱਛੀਆਂ ਫੜਨ ਦੇ ਮਾਸਟਰ ਸਨ ਅਜ਼ੀਜ਼ ਭੈਣੋ ਭਾਈਓ। ਔਰ ਇੱਕ ਨਹੀਂ ਸਨ, ਬਹੁਤ ਸਾਰੇ ਸ਼ਾਗਿਰਦ ਉਹਨਾਂ ਚੋਂ ਚੁਣੇ ਗਏ। ਠੀਕ ਹੈ ਨਾ। ਜਦੋਂ ਪਤਰਸ ਥੱਕ ਗਏ ਤਾਂ ਖੁਦਾਵੰਦ ਯਿਸੂ ਮਸੀਹ ਜਦੋਂ ਆਏ
ਤੇ ਬੜਾ ਦਿਨ ਦਾ ਟਾਈਮ ਸੀ ਤੇ ਉਹਨਾਂ ਕਿਹਾ ਵੀ ਮੈਂ ਕਸ਼ਤੀ 'ਚ ਬਹਿਣਾ ਚਾਹੁੰਦਾ। ਉਹਨਾਂ ਨੇ ਕਸ਼ਤੀ 'ਚ ਪਤਰਸ ਨੇ ਕਿਹਾ ਆ ਜਾਓ ਜੀ ਗੁਰੂ ਆ ਜਾਓ ਤੁਸੀਂ ਆਓ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਾੜ ਲਿਆ ਕਿ ਪਤਰਸ ਜਿਹੜਾ ਨਾ ਉਦਾਸ ਹੈ ਕਿ ਇਹਦੇ ਕੋਲ ਕੋਈ ਕੰਮ, ਜਦੋਂ ਬੰਦਾ ਖੁਸ਼ ਹੋਏ ਤੇ ਖੁਸ਼ੀ ਦੇ ਨਾਲ ਹੱਸ ਕੇ ਗੱਲ ਕਰਦਾ। ਉਹਨਾਂ ਨੇ ਕਿਹਾ ਵੀ ਪਤਰਸ ਬੜਾ ਪਰੇਸ਼ਾਨ ਹੈ ਵੀ ਅੱਜ ਕੋਈ ਕੰਮ ਇਹਦਾ ਖਰਾਬ ਆ ਔਰ ਮੱਛੀਆਂ ਫੜੀਆਂ ਨਹੀਂ ਗਈਆਂ। ਜਿਹੜੀ ਬਿਜ਼ਨਸ ਇਹ ਕਰ ਰਿਹਾ, ਜਿਹਦੇ ਤੇ ਰੋਟੀ ਖਾ ਰਿਹਾ, ਜਿਸ ਬਿਜ਼ਨਸ ਦੇ ਉੱਤੇ ਆਪਣੇ ਬੱਚਿਆਂ ਨੂੰ ਪਾਲ ਰਿਹਾ, ਉਹ ਕਾਰੋਬਾਰ ਥੋੜਾ ਜਿਹਾ ਫੇਲ ਹੈ ਅੱਜ ਨਜ਼ਰ ਆ ਰਿਹਾ ਇਹਦਾ। ਤੇ ਖੁਦਾਵੰਦ ਯਿਸੂ ਮਸੀਹ ਨੇ ਅਜ਼ੀਜ਼ ਭੈਣੋ ਭਾਈਓ ਕੀ ਕਿਹਾ ਕਿ ਜਾਲ ਇੱਧਰ ਪਾਸ, ਹਾਲੇਲੂਇਆ, ਠੀਕ ਹੈ ਨਾ, ਜਾਲ ਸੱਜੇ ਪਾਸੇ ਸੁੱਟ। ਜਾਲ ਜਿੱਥੇ ਖੁਦਾਵੰਦ ਯਿਸੂ ਮਸੀਹ ਕਹਿੰਦੇ ਨੇ ਜਾਲ ਇੱਧਰ ਸੁੱਟ, ਜਿੱਥੇ ਖੁਦਾਵੰਦ ਯਿਸੂ ਖੱਬੇ ਹੋਏ ਜਾਂ ਸੱਜੇ ਹੋਏ ਜਾਂ ਜਿੱਥੇ ਖੁਦਾਵੰਦ ਦੀ ਆਵਾਜ਼ ਨੂੰ ਸੁਣੋ ਕਿ ਉਹ ਕਿਹੜੀ ਜਗ੍ਹਾ ਕਹਿੰਦੇ ਨੇ ਕਿ ਜਾਲ ਸੁੱਟ, ਜਿੱਥੇ ਖੁਦਾਵੰਦ ਯਿਸੂ ਮਸੀਹ ਨੇ ਜਾਲ ਸੁਟਵਾਇਆ ਪਤਰਸ ਨੇ ਉੱਤੇ ਸੁੱਟ। ਪਹਿਲੇ ਮਤਲਬ ਕਿ ਕਿਹਾ ਕਿ ਖੁਦਾਵੰਦ ਕੀ ਗੱਲਾਂ ਕਰਦੇ ਗੁਰੂ, ਸਾਰੀ ਰਾਤ ਮੈਂ ਥੱਕ ਗਿਆ ਜੀ, ਠੀਕ ਹੈ ਨਾ। ਅਸੀਂ ਫਰਸਟ੍ਰੇਸ਼ਨ ਕੱਢ ਰਹੇ ਆਪਣੀ, ਕੀ ਖਾ ਲਿਆ ਲਾਪਰੀ, ਆਪਣੀ ਮਤਲਬ ਦੁੱਖ ਦੱਸਨੇ ਆ ਕਿ ਉਹ ਪਰਮੇਸ਼ਰ ਨਹੀਂ ਇਹ ਕੀ ਗੱਲ ਕਰਦੇ, ਸਾਰੀ ਰਾਤ ਅਸੀਂ ਤੰਗ ਆ ਗਏ, ਮੱਛੀ ਆਈ ਨਹੀਂ ਐਤਕੀ, ਠੀਕ ਹੈ ਨਾ। ਜਦੋਂ ਜਾਲ ਸੁੱਟਿਆ ਤੇ ਮੱਛੀਆਂ ਦੇ ਢੇਰ ਲੱਗ ਗਏ, ਬਲਕਿ ਹੋਰਾਂ ਸ਼ਾਗਿਰਦਾਂ ਨੂੰ ਵੀ ਯਾਨੀ ਹੋਰਾਂ ਫਰੈਂਡਸ ਨੂੰ ਵੀ ਉਹਨਾਂ ਨੂੰ ਸੱਦ ਲਿਆ ਵੀ ਆਓ ਸਾਡੇ ਨਾਲ ਮੱਛੀਆਂ ਦੇ ਜਾਲ 'ਚ, ਤੇ ਉਹ ਜਾਲ ਤੇ ਫਟਣ ਵਾਲਾ ਹੋ ਗਿਆ। अजीज पढ़ो भाई, खुदावंद यीशु मसीह ने क्या कि दुनिया का जो है आसमान और जमीन का कुल इख्तियार मुझे दिया गया, ठीक है ना। जदों कुल इख्तियार देने वाला थोड़े नाल है ते तुसी जदों जाल सुटोगे ते मच्छियां फड़ियां जाणगियां। हालेलुया। जे तुहानू क्या कि ताला खोलो बदरूआं दा, ये जेड़े बंधन ने टुटण, जे कैंसर दे बंधन टुटण और बीमारियों दे बंधन टुटण और सारी मुश्किलां, हर चीज हर किस्म दा ਜਿਹੜਾ ਪ੍ਰੋਬਲਮ ਹੈ ਤੁਹਾਡੀ ਜ਼ਿੰਦਗੀ 'ਚ ਅਜ਼ੀਜ਼ ਭੈਣੋ ਭਾਈਓ, ਅਗਰ ਉਹਨੂੰ ਤੁਸੀਂ ਉਸ ਤਾਲੇ ਨੂੰ ਖੋਲ੍ਹਣਾ ਚਾਹੁੰਦੇ ਹੋ ਜਾਂ ਉਹਨਾਂ ਚੀਜ਼ਾਂ ਨੂੰ ਆਪਣੇ ਜਿਸਮ 'ਚੋਂ ਕੱਢਣਾ ਚਾਹੁੰਦੇ ਹੋ ਜਾਂ ਆਪਣੇ ਸਾਹਮਣੇ ਹਟਾਉਣਾ ਚਾਹੁੰਦੇ ਹੋ, ਤੇ ਖੁਦਾਵੰਦ ਯਿਸੂ ਮਸੀਹ ਨੇ ਕਿਹਾ, ਖੁਦਾਵੰਦ ਯਿਸੂ ਉਹ ਜਿਹੜਾ ਇਖਤਿਆਰ ਵਾਲਾ ਵੇ ਉਹਦਾ ਤੁਸੀਂ ਨਾਂ ਲਵੋ। ਤੁਸੀਂ ਕभी ਇੱਕ ਸਿਫਾਰਿਸ਼ ਲੜਾਈ, ਲਾਪਰੀਦ ਆਪਣੇ ਅੱਜ ਕੱਲ ਬੜੀ ਸਿਫਾਰਿਸ਼ ਲੜਦੀ ਹੈ, ਕੀ ਖਿਆਲ ਹੈ ਕੰਮਾਂ ਤੇ, ਤੁਸੀਂ ਤੇ ਜਾਣਦੇ ਹੋ, ਕੀ ਖਿਆਲ ਹੈ ਦੱਸੋ ਤੇ। ਜੀ ਬਿਲਕੁਲ, ਨਹੀਂ ਤੁਸੀਂ ਸਹੀ ਕਿਹਾ ਕਿ ਕਿਸੇ ਦੇ ਨਾਂ ਦੇ ਵਿੱਚ ਕੋਈ ਕੰਮ ਕਰਨਾ, ਜਿਵੇਂ ਹੁਣੇ ਤੁਸੀਂ ਕਿਹਾ, ਤੇ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਦੀ ਹਕੂਮਤ ਚੱਲਦੀ ਹੈ ਜਾਂ ਕਿਸੇ ਦੇ ਨਾਂ ਦੇ ਅੰਦਰ ਹੋ ਜਾਂਦਾ ਹੈ ਤੇ ਇੱਕ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਆ। ਇੱਕ ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦਾ ਜਦੋਂ ਅਸੀਂ ਕਿਸੇ ਬੰਦੇ ਦਾ ਨਾਂ ਲੈਂਦੇ ਹਾਂ, ਕਿਸੇ ਬੰਦੇ ਨੂੰ ਕੋਈ ਇਨਸਾਨ ਜਾਣਦਾ ਹੋਵੇ, ਤੇ ਉੱਥੇ ਸਾਡੀ ਪੁੱਛਗੋਈ ਵੀ ਜ਼ਿਆਦਾ ਹੋਵੇਗੀ ਜੀ ਜੀ ਪਰਮੇਸ਼ਰ ਦੇ ਨਾਂ 'ਚ। ਜਦੋਂ ਅਸੀਂ ਜਾਂ ਇਹਨੂੰ ਅਸੀਂ ਫਿਜ਼ੀਕਲ ਲੈਂਦੇ ਹਾਂ ਕਿ ਜਦੋਂ ਜੇ ਕੋਈ ਜਿੱਦਾਂ ਅਸੀਂ ਆਪਣੇ ਖੈਰ ਇਸ ਮੁਲਕਾਂ ਦੇ ਵਿੱਚ ਨਹੀਂ, ਆਪਣੇ ਪੁਰਾਣੇ ਮੁਲਕਾਂ 'ਚ ਜਦੋਂ ਦੇਖੀਏ ਕਿ ਕਿਸੇ ਵੱਡੇ ਸਿਫਾਰਿਸ਼ ਜਿਹੜਾ ਅਧਿਕਾਰ ਹੁੰਦਾ ਹੈ, ਜਦੋਂ ਉਸ ਅਧਿਕਾਰ ਨੂੰ ਅਸੀਂ ਵਰਤਦੇ ਹਾਂ ਜੀ ਜੀ, ਤੇ ਇੱਕ ਤੇ ਸਾਡਾ ਕੰਮ ਛੇਤੀ ਹੋ ਜਾਂਦਾ ਹੈ, ਦੂਸਰਾ ਕਿ ਉਹ ਜਿਹੜਾ ਦੂਸਰਾ ਇਨਸਾਨ ਹੁੰਦਾ ਉਹਦੀ ਨਜ਼ਰਾਂ 'ਚ ਸਾਡੀ ਇੱਜ਼ਤ ਹੋ ਜਾਂਦੀ ਹੈ ਕਿ ਇਸ ਇਨਸਾਨ ਨੂੰ ਜਿਹੜਾ ਵੱਡੇ ਅਹੁਦੇ ਵਾਲਾ ਹੈ, ਇਹ ਜਿਹੜਾ ਇਨਸਾਨ ਹੈ ਉਹਨੂੰ ਜਾਣਦਾ ਹੈ। ਇਸੇ ਤਰ੍ਹਾਂ ਹੀ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਬਦਰੂਹਾਂ ਨੂੰ ਵੀ, ਜਿਵੇਂ ਤੁਸੀਂ ਕਿਹਾ ਕਿ ਉਹਦੇ ਨਾਂ 'ਚ ਅਸੀਂ ਝਿੜਕੀਏ ਤੇ ਜਾਂਦੀਆਂ ਨੇ, ਤੇ ਬਦਰੂਹਾਂ ਨੂੰ ਵੀ ਪਤਾ ਹੈ ਕਿ ਪ੍ਰਭੂ ਯਿਸੂ ਕੌਣ ਹੈ, ਉਹਦਾ ਅਧਿਕਾਰ ਕੀ ਹੈ। ਜਿਸ ਤਰ੍ਹਾਂ ਜਦੋਂ ਦੇਖਦੇ ਹਾਂ ਕਿ ਉਹ ਜਦੋਂ ਬਦਰੂਹਾਂ ਵਾਲੇ ਇਨਸਾਨ 'ਚੋਂ ਕੱਢਦੇ ਨੇ, ਉਹ ਆਪ ਕਹਿੰਦੇ ਨੇ ਕਿ ਸਾਨੂੰ ਕਿਸ ਤਰ੍ਹਾਂ ਕਿ ਤੂੰ ਪ੍ਰਭੂਆਂ ਦਾ ਰਾਜਾ ਆ, ਤੇ ਉਹਨਾਂ ਨੂੰ ਵੀ ਪਤਾ ਹੈ ਕਿ ਪ੍ਰਭੂ ਯਿਸੂ ਕੋਲ ਅਧਿਕਾਰ ਕੀ ਹੈ। ਤੇ ਜਦੋਂ ਅਸੀਂ ਉਸ ਅਧਿਕਾਰ ਨੂੰ ਵਰਤਦੇ ਹਾਂ, ਉਸ ਅਧਿਕਾਰ ਨੂੰ ਆਪਣੇ ਕੰਮਾਂ ਦੇ ਲਈ ਜਾਂ ਕਿਸੇ ਚੀਜ਼ ਦੇ ਲਈ ਵਰਤਦੇ, ਤੇ ਹਰ ਚੀਜ਼ ਜਿਹੜੀ ਉਹਦੇ ਨਾਂ 'ਚ ਮੰਗੀ ਹੋਈ ਹੈ ਉਹ ਸਾਰੀ ਪੂਰੀ ਹੁੰਦੀ ਹੈ। ਆਮੀਨ, ਹਾਲੇਲੂਇਆ ਜੀ। ਅਸੀਂ ਦੇਖਦੇ ਹਾਂ ਯਰਮੀਆ ਦੀ ਕਿਤਾਬ 'ਚ ਇੱਕ ਆਇਤ ਦੇਖਦੇ ਹਾਂ ਅਜ਼ੀਜ਼ ਭੈਣੋ ਭਾਈਓ, ਅਜ਼ੀਜ਼ ਭੈਣੋ ਭਾਈਓ, ਅਜੇ ਵੀ ਜਿਹੜੀ ਸਾਡੀ ਫਿਗਰ ਹੈ, ਅੱਜ ਜਿਹੜਾ ਪ੍ਰੋਗਰਾਮ ਹੈ, ਉਸ ਇਖਤਿਆਰ ਨੂੰ ਦੱਸਣਾ ਹੈ ਕਿ ਇਹ ਅਜ਼ੀਜ਼ ਭੈਣੋ ਭਾਈਓ ਜਿਹੜੇ ਮਸੀਹ ਨੂੰ ਨਜਾਤ ਦਿੰਦਾ ਅਜੇ ਨਹੀਂ ਮੰਨ ਸਕੇ ਜਾਂ ਉਹਨੂੰ ਅਜੇ ਸਮਝ ਨਹੀਂ ਸਕੇ ਜਾਂ ਖੁਦਾਵੰਦ ਯਿਸੂ ਮਸੀਹ ਮੁਕੰਮਲ ਤੌਰ 'ਤੇ ਉਹਨੂੰ ਆਪਣੇ ਜ਼ਿੰਦਗੀ 'ਚ ਨਹੀਂ ਲਿਆ ਸਕੇ ਜਾਂ ਉਹਨੂੰ ਜਾਣ ਨਹੀਂ ਸਕੇ, ਖੁਦਾਵੰਦ ਯਿਸੂ ਮਸੀਹ ਕਿੱਡਾ ਵੱਡੀ ਸ਼ਖਸੀਅਤ ਨੇ, ਕਿੱਡੇ ਵੱਡੇ ਨੇ ਉਹ, ਪ੍ਰਭੂਆਂ ਦੇ ਪ੍ਰਭੂ ਨੇ, ਉਹ ਗੁਰੂਆਂ ਦੇ ਗੁਰੂ ਨੇ, ਸਨਾਤਨ ਸਤ ਗੁਰੂ ਨੇ, ਉਹ ਹਕੀਮਾਂ ਦੇ ਹਕੀਮ ਨੇ, ਡਾਕਟਰਾਂ ਦੇ ਡਾਕਟਰ ਨੇ, ਇਨਸਾਨਾਂ ਨੂੰ ਬਣਾਉਣ ਵਾਲੇ ਨੇ, ਮੁਰਦਿਆਂ ਨੂੰ ਜ਼ਿੰਦਾ ਕਰਨ ਵਾਲੇ ਨੇ, ਬਿਮਾਰਾਂ ਨੂੰ ਸ਼ਿਫਾ ਦੇਣ ਵਾਲੇ ਨੇ। ਉਹਦੀ ਸ਼ਖਸੀਅਤ ਨੂੰ, ਉਹਨਾਂ ਦੇ ਜਿਹੜਾ ਉਹਨਾਂ ਦੇ ਕੰਮਕਾਰ ਸਨ ਜੋ ਦੁਨੀਆ ਦੇ ਵਿੱਚ ਜਦੋਂ ਚੱਲਦੇ ਫਿਰਦੇ ਰਹੇ, ਇਹ ਭੈਣਾਂ ਭਾਈਆਂ ਤੱਕ ਪਹੁੰਚਾਉਣ ਲਈ ਅਜ਼ੀਜ਼ ਭੈਣੋ ਭਾਈਓ ਇਹ ਤੁਹਾਡੀ ਮਦਦ ਦੀ ਜ਼ਰੂਰਤ ਹੈ। ਇਸ ਬਾਈਬਲ ਮੁਕੱਦਸ ਨੂੰ ਪੂਰੀ ਨੂੰ ਲੈ ਕੇ
ਛੋਟੀਆਂ ਛੋਟੀਆਂ ਅਸੀਂ ਮਤਲਬ ਕਿ ਪ੍ਰੀਚਰ ਆਉਂਦੇ ਨੇ, ਬਹੁਤ ਕੁਝ ਅਸੀਂ ਸਿੱਖਨੇ ਆ। ਜਦੋਂ ਦਿਲ ਦੇ ਵਿੱਚ ਤੁਸੀਂ ਕਿਸੇ ਦੀ ਕੁੰਡੀ ਖੋਲ ਦਿੰਦੇ ਹੋ, ਤਾਲਾ ਜਿਹੜਾ ਬੰਦ ਦੇ ਲਿਆ ਉਹਨੂੰ ਖੋਲ ਦਿੰਦੇ ਹੋ, ਉਹ ਫਿਰ ਇਹ ਪੂਰੀ ਦੀ ਪੂਰੀ ਬਾਈਬਲ ਨੂੰ ਮੰਗਾਉਣ ਦੇ ਮਤਲਬ ਕਿ ਮੰਗਾਉਣ ਲਈ ਤਿਆਰ ਹੋ ਜਾਂਦਾ ਜੀ, ਕਿ ਕਹਿੰਦਾ ਨਹੀਂ ਜੀ ਸਾਨੂੰ ਬਹੁਤ ਸਾਰੀਆਂ ਅਸੀਂ ਬਾਈਬਲ ਲੋਕਾਂ ਨੂੰ ਭੇਜਨੇ ਆ ਕਿ ਖੁਦਾਵੰਦ ਅਸੀਂ ਅੱਜ ਵੀ ਦੁਆ ਕਰ ਰਹੇ ਹਾਂ, ਮੈਂ ਖੁਦਾਵੰਦ ਕੋ ਦੁਆ ਕਰਾਂ ਪਰਮੇਸ਼ਰ ਲੋਕਾਂ ਦੇ ਦਿਲਾਂ ਦੇ ਤਾਲੇ ਜਦੋਂ ਖੋਲਦੇ ਨੇ, ਤੇਰੇ ਕੋਲ ਇਖਤਿਆਰ ਹੈ ਔਰ ਤੂੰ ਬੱਚਿਆਂ ਨੂੰ ਦਿੱਤਾ, ਜਿਸ ਤਰ੍ਹਾਂ ਲਵਪ੍ਰੀਤ ਮੈਂ ਹੋਰ ਬਹੁਤ ਸੇ ਖੁਦਾਵੰਦ ਦੇ ਖਾਦਮ ਜਿਹੜੇ ਨੇ ਇਹ ਤਾਲੇ ਖੋਲਣ ਡਏ ਨੇ ਦਿਲਾਂ ਦੇ, ਤਾਂ ਕਿ ਪੂਰੀ ਦੀ ਪੂਰੀ ਬਾਈਬਲ ਉਹਨਾਂ ਦੇ ਕੋਲ ਪਹੁੰਚ ਸਕੇ ਔਰ ਫਿਰ ਇਹਨੂੰ ਪੜ੍ਹਨ ਤੇ ਫਿਰ ਇਹਦੇ ਤੇ ਕੰਮਕਾਰ ਮਤਲਬ ਕਿ ਅੱਗੇ ਵਧ ਸਕਣ। ਯਰਮੀਆ ਦੀ ਕਿਤਾਬ ਦੇ ਵਿੱਚ ਦੇਖਦੇ ਆ 1687 ਕੋਈ 87 ਪਾਉਂਡ ਵੀ ਦੇਵੇ, 87 पाउंड दे सकता है। अजीज पानो पाइयो 87 पाउंड दे, अपना हाथ टेलीफोन की तरफ बढ़ाएं, कहें कि खुदावंद यीशु मसीह मैं इस कलाम को, इस इख्तियार को जो आपकी तरफ से मिलता है, बहुत से लोग इस इख्तियार को लेने के लिए तैयार हैं कि खुदावंद यीशु मसीह इख्तियार देता है। कोई नबी अपने चेलों को इख्तियार नहीं देता कि आप बदलुओं को निकालो, जैसे मैं करता हूं आप करो। कोई किसी शख्स ने, आजकल तो वैसे भी जो टाइप के जो बड़े बड़े टीचर हैं वो कहते हैं नहीं भी ये हम कर सकते हैं, आप नहीं करना, आप नहीं कर सकते क्योंकि ये हमें इख्तियार दिया। लेकिन खुदावंद यीशु मसीह ने अजीज बहनों भाइयों आपको इख्तियार दिया है और ये इख्तियार आप इस्तेमाल करें। 687 600 पाउंड 500 पाउंड दें, 300 पाउंड दें, 200 पाउंड दें, 100 पाउंड दें, बढ़कर इख्तियार को कि यीशु मसीह इख्तियार रखता है। आसमान और ज़मीन का कुल इख्तियार खुदावंद यीशु मसीह के पास है, वो इस इख्तियार को आपको देता है। क्योंकि अगर वो कहते कि मैं तुम्हें ज़मीन पर देता हूँ तो कभी आसमान पर ना बढ़ता। हमारे पास एक कॉल है, हाँ जी ये देखिए ये तूफान चल रहा है। एक दफ़ा गलील की झील में खुदावंद यीशु मसीह के शागिर्द थे, खुदावंद यीशु मसीह भी झील में यानी कश्ती में सवार थे। अजीज़ भाइयों भाइयों बहुत तेज़, बहुत ही हवाएं, बहुत तेज़ तूफ़ान, हवा और बारिश इतनी थी कि कश्ती जो थी वो मतलब कि मुश्किलों में उसको मतलब कि तैरना मुश्किल हो गया। और जो शागिर्द थे वो चीखना चिल्लाना शुरू हो गए और वो कहने आए उस्ताद उठ। तो खुदावंद यीशु मसीह अपना इख्तियार इस्तेमाल करते हैं। तो खुदावंद यीशु मसीह को हवाओं पर, तूफानों पर, क्योंकि ये उनकी क्रिएशन है, उनको इख्तियार किसी ने वो उनको मांगना नहीं पड़ता, बल्कि उनके पास है इख्तियार। और इस इख्तियार को खुदावंद यीशु मसीह ने अजीज बहनों भाइयों वहाँ तूफान में हवा को डांटा, हवा ਨੂੰ ਉਹਨਾਂ ਨੇ ਝਿੜਕਿਆ ਤੇ ਤੂਫਾਨ ਜਿਹੜਾ ਸੀ ਜਦੋਂ ਕਸ਼ਤੀ ਡੋਲਣ ਲੱਗ ਪਈ ਬਹੁਤ, ਉਹ ਕਹਿੰਦੇ ਅਸੀਂ ਤੇ ਮਰ ਜਾਵਾਂਗੇ, ਇਹ ਤੇ ਅਸੀਂ ਡੁੱਬ ਜਾਵਾਂਗੇ। तो खुदावंद यीशु मसीह ने उठकर अपना इख्तियार जो उसको आसमान और ज़मीन पर कुल इख्तियार दिया गया, बाइबल मुकद्दस अंजील मुकद्दस कहती है, तो उन्होंने उस इख्तियार को इस्तेमाल किया और तूफान थम गया। इस बात को देखकर वो शागिर्द बड़े हैरान हुए। तो जब हम इख्तियार को इस्तेमाल करते हैं तो लोग भी, इस दुनिया के जो लोग हैं वो इख्तियार को जो खुदावंद यीशु मसीह के नाम में है उसको सुनकर बड़े मतलब शशोपंज में हैरान होते हैं कि ये कैसे लोग हैं कि खुद इनके जो जब ये यीशु का नाम लेते हैं तो बदरूहें भाग जाती हैं, तवीज़ टूट जाते हैं, तावीज़ गंडे और उदूसी जादूगरी काला पीला नीला इल्म जो कुछ भी इल्म है खुदावंद यीशु मसीह के नाम के सामने खड़ा नहीं हो सकता। इस बात को लोगों तक पहुंचाएं अजीज भाई। हमें ये इस चीज़ की ज़रूरत है कि ख्याल है लवप्रीत सानू बहुत ज़रूरत है कि छेती तो छेती इस गल नूं ग्लोरी टीवी के जरिए, मीडिया के जरिए लोगों के कन्ना तक पहुंचाइए कि यीशु मसीह के पास इख्तियार है और वो इख्तियार उसने अपने बेटे बेटियों को, जैसे लवप्रीत को खुदावंद ने दिया, जैसे मुझे दिया, और बहुत से ईमानदार दुनिया में है बिलियंस के हिसाब से अजीज भाइयों, उनको इख्तियार खुदावंद यीशु मसीह ने दिया है कि आसमान पर बांधोगे तो आसमान पर बंध जाएगा, वहाँ ज़मीन पर खोलोगे तो खुल जाएगा। आसमान, ये ज़मीन और आसमान का जो रिश्ता है खुदावंद, ये रिश्ता खुदावंद और आपके दरमियान है। जैसे आप ईमान से मांगेंगे खुदावंद यस कर देते हैं, खुल जाता है। जहाँ अगर आपने किसी चीज़ को बांध दिया तो वहाँ आसमान पर भी यानी खुदावंद
उस चीज़ को बांध देते, नहीं होने देते। अजीज़ बहनों भाइयों, ये इख्तियार, क्योंकि ये इख्तियार है उसके पास जिसके पास कुंजी है। बिल्कुल ठीक है, ताले कौन खोल सकता? बगैर ਉਹਦੇ ਤਾਲਾ, ਚਾਬੀ ਦੇ ਬਗੈਰ ਤਾਲਾ ਖੋਲ ਸਕਦਾ ਜੀ? ਨਹੀਂ। या थोड़े मारो जी, चोर चक्के तो थोड़े मार के खोल सकते हैं, ठीक है ना, लेकिन खुदावंद यीशु मसीह कहते कि नहीं, ताला चाबी से खोलना चाहिए। इस इख्तियार को कि चाबी इस्तेमाल करनी चाहिए। हम यिर्मयाह की किताब उसका 10 बाब और उसकी जनाब अली 23 आयत पढ़ते हैं। इसमें हमें एक और चीज़ पता लगे, ऐ खुदावंद मैं जानता हूँ कि इंसान की राह उसके इख्तियार में नहीं। पढ़े जी पंजाबी 10। प्रभु मैं जानता हाँ कि किसी मनुख ਦਾ ਜੀਵਨ ਪਥ ਉਸ ਦੇ ਆਪਣੇ ਹੱਥ ਵਿੱਚ ਨਹੀਂ ਹੈ। ਬਸ ਸਹੀ ਆ। ਅਤੇ ਨਾ ਹੀ ਉਸ ਦਾ ਅਧਿਕਾਰ ਉਸ ਦੇ ਪ੍ਰਾਣਾਂ ਉੱਤੇ ਹੈ। ਉਹਦੇ ਕੋਲ ਕੁਝ ਵੀ ਨਹੀਂ। ਅਜ਼ੀਜ਼ ਭੈਣੋ ਭਾਈਓ, ਸਾਡੇ ਕੋਲ ਇਨਸਾਨਾਂ ਕੋਲ ਕੁਝ ਵੀ ਨਹੀਂ। ਯਰਮੀਆ ਨਬੀ ਕਹਿੰਦੇ ਨੇ, ਐ ਖੁਦਾਵੰਦ, ਐ ਪਰਮੇਸ਼ਵਰ, ਮੈਂ ਜਾਣਦਾ ਹਾਂ ਕਿ ਇਨਸਾਨ ਦੀ ਰਾਹ ਜਿਹੜੀ ਹੈ, ਯਾਨੀ ਜੇ ਚੱਲਣਾ ਫਿਰਨਾ, ਉੱਠਣਾ ਬੈਠਣਾ, ਖਾਣਾ ਪੀਣਾ, ਉਹਦੇ ਇਖਤਿਆਰ ਦੇ ਵਿੱਚ ਨਹੀਂ। ਸਾਡੇ ਇਖਤਿਆਰ ਦੇ ਵਿੱਚ ਕੁਝ ਵੀ ਨਹੀਂ। ਅਸੀਂ ਇੱਥੇ ਬੈਠੇ ਹਾਂ ਤੇ ਅਸੀਂ ਪਰਮੇਸ਼ਵਰ ਦੇ ਇਖਤਿਆਰ ਨਾਲ ਬੈਠੇ ਹੋਏ ਹਾਂ। ਅਗਰ ਪਰਮੇਸ਼ਵਰ ਨਾ ਚਾਹੁੰਦਾ ਤੇ ਅਸੀਂ ਕਦੀ ਵੀ ਨਾ ਬੈਠਦੇ। ਜੀ ਬਿਲਕੁਲ। ਤੋ ਇਨਸਾਨਾਂ ਦਾ ਜਿਹੜਾ ਇਨਸਾਨਾਂ ਦਾ ਚੱਲਣਾ ਫਿਰਨਾ, ਉਹਦੀ ਰਾਹ, ਜਦੋਂ ਅਸੀਂ ਰਾਹ ਕਹਿੰਦੇ ਹਾਂ ਕਿ ਇਨਸਾਨ ਕੀ ਰਾਹ उसके इख्तियार में नहीं, इंसान अपनी रविश में, अपने काम काज चाल चलन दे विच अपने कदमों की रहनुमाई नहीं कर सकता, अपने कदमां दी रहनुमाई भी नहीं कर सकता। असी चल फिरन भी नहीं सकते, असी सीधा रास्ता देख नहीं सकते, सीधे रास्ते पर चल भी नहीं सकते, हमारी राहें टेढ़ी हैं। ठीक है ना। तो ये यिर्मयाह नबी कितनी खूबसूरत बात करते हैं कि इख्तियार को जब है कि हमारे इख्तियार में तो कुछ भी नहीं, लेकिन यीशु मसीह अपने शागिर्दों को ये इख्तियार देते हैं। जैसे हमने मैथ्यू 18:18 में पढ़ा, जैसे हमने देखते हैं कि खुदावंद की कुंजी मुकाशवा किताब में हम पढ़ेंगे, आगे चलकर देखेंगे। लेकिन अजीज बहनों भाइयों, टेलीफोन करें, जो इख्तियार आपके पास है उसको इस्तेमाल करें। आपके पास ये इख्तियार है, खुदावंद ने दिया कि जब हम इस बिल को अदा करेंगे तो खुदावंद की खुशखबरी जाती रहेगी। आमीन। आपके पास ये इख्तियार है कि आपके अगर बैंक में पैसे हैं, ऐसे पड़े तो खुदावंद के कामों में इस्तेमाल करें, ताकि ये काम जो खुशखबरी का वो चलता रहे। ये आपको खुदावंद यीशु मसीह ने इख्तियार दिया है कि आप भटके हुओं को आप रास्ता दिखा सकते हैं खुदावंद यीशु मसीह के नाम से। बाइबल मुकद्दस ये नूर है, ये इसको नूर भी कहा जाता है। बाइबल मुकद्दस को नूर का खिताब भी दिया है, टाइटल है इसका, नूर है। ये रोशनी है, रोशनी चानन है। अजीज भैनों भाई, ਇਹਦਾ ਇਖਤਿਆਰ ਤੁਹਾਡੇ ਕੋਲ ਹੈ। 487 ਪਾਉਂਡ। ਅਗਰ ਕੋਈ ਭੈਣ ਭਾਈ ਹੱਥ ਵਧਾ ਕੇ ਕਹੇ ਕਿ ਮੈਂ 487 ਪਾਉਂਡ ਦੇਣਾ ਵਾ ਜਾਂ ਦੇਣੇ ਆ, ਅਸੀਂ ਬੜੇ ਖੁਸ਼ ਹੋਵਾਂਗੇ। ਔਰ ਕੀ ਕਿਹਾ ਇੱਥੇ, ਜੇ ਤੁਸੀਂ ਇਸ ਇਖਤਿਆਰ ਨੂੰ ਇਸਤੇਮਾਲ ਕਰ ਲਿਆ, ਹੁਣ 400 ਰਹਿ ਗਏ ਨੇ। 400 ਜੇ ਕਿਸੇ ਨੇ ਦਿੱਤੇ ਨੇ ਤੇ ਆਸਮਾਨ ਦੇ ਉੱਤੇ ਵੀ ਜੋ ਕੁਝ ਤੁਸੀਂ ਇੱਥੇ ਬੰਨਿਆ ਹੋਇਆ ਉਹਨੂੰ ਖੋਲ ਦਿੱਤਾ ਹੈ। ਇਸ ਗੰਢ ਨੂੰ ਜਿਹੜੀ 1400 ਪਾਉਂਡ ਦੀ ਹੈ, ਇਹਨੂੰ ਖੋਲ ਦਿੱਤਾ ਹੈ, ਆਸਮਾਨ ਤੇ ਵੀ ਖੋਲੇ ਜੀਗੀ। ਔਰ ਖੁਦਾ ਜਿਹੜੇ ਨੇ ਉਹ ਉੱਥੇ ਲਿਖ ਦੇਣਗੇ ਕਿ 1400 ਪਾਉਂਡ ਕਲੀਅਰ ਹੋ ਗਏ ਨੇ। ਔਰ ਜਿੰਨੇ ਦਿੱਤਾ ਹੈ ਉਹ ਤੇ ਉਹਦਾ ਹੈ ਹੀ ਹੈ। ਹਾਲੇਲੂਇਆ। ਉਹ ਤੁਹਾਡੇ ਜਿਹੜੇ ਤੁਸੀਂ ਆਪਣੇ ਇਖਤਿਆਰ ਨੂੰ ਇਸਤੇਮਾਲ ਨਹੀਂ ਕਰਨਾ, ਖੁਦਾਵੰਦ ਦੇ ਇਖਤਿਆਰ ਜਿਹੜਾ ਉਹਨੇ ਦਿੱਤਾ ਹੈ ਉਹਨੂੰ ਇਸਤੇਮਾਲ ਕਰਨਾ ਹੈ। ਔਰ ਇਹ इख्तियार जो तुम इस्तेमाल करते, थोड़ा नाम जो किताबे हयात च लिखा गया। किताबे हयात दे विच जिहदा नाम नहीं, ओनू कोई इख्तियार नहीं दिता गया। क्यों? इत्थे लिखा है कि ऐ खुदावंद इंसान हुंदे, यिर्मयाह नबी कहंदे ने, ऐ परमेश्वर मैं जानना हाँ कि इंसान दियां रावां ओहदे इख्तियार च नहीं ने। रावां इख्तियार साडे इख्तियार च कुछ भी नहीं। बिल्कुल। लेकिन जो परमेश्वर इख्तियार दे देता है, मालिक इख्तियार दे, जे तुहानू जी एक लैटर ही दे देते जी, ठीक है ना, प्रेजिडेंट का लैटर है जी, यह काम एदी सिफारिश है, यह काम एदा होना चाहिए, ये तो अपने मुल्कां च है वे, शायद इत्थे मैं घट देखा, उत्थे बहुत है भी किसी वड्डे बंदे दी सोर्स लड़ा के चले गए, ओहदा जदों लैटर या टैलीफोन करा दीदा, टैलीफोन दे दरवाजा खोल दे के फलाने दा बंदा आ गया जी, ये फलाने मिनिस्टर दा जी, ਇਹ ਜੀ ਉਹਨਾਂ ਦਾ ਇਹ ਫਲਾਣੇ ਮਤਲਬ ਕਿ ਇਹ ਪ੍ਰੈਜ਼ੀਡੈਂਟ ਦਾ ਬੰਦਾ ਹੈ ਜਾਂ ਕਿਸੇ ਮਿਲਟਰੀ ਬੰਦੇ ਦਾ ਸੋਰਸ ਲੜਾਈ ਹੈ,
ਲੇਕਿਨ ਜਿਹੜਾ ਕੁੱਲ ਖੁਦਾਵੰਦ ਯਿਸੂ ਮਸੀਹ ਕੋਈ ਦੁਨੀਆ ਦੇ ਇਖਤਿਆਰ ਵਾਲੇ ਨਹੀਂ। ਅਸੀਂ ਮੈਥੀ 'ਚ ਪੜਿਆ ਹੈ کہ آسمان اور زمین کا اختیار خداوند یسوع مسیح کے پاس ہے۔ ہاں جی جی بالکل، آسمان اور زمین کا جی جی ان اختیار ਨੂੰ ਇਸਤੇਮਾਲ ਕਰਨਾ ਸਰ ਜੀ ਬਿਲਕੁਲ। ਤੁਸੀਂ ਕਿਹਾ ਜਿਵੇਂ ਜਿਵੇਂ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਉਹਦੇ ਅਧਿਕਾਰ ਨੂੰ ਅਸੀਂ ਇਹ ਜਿਵੇਂ ਹੁਣੇ ਤੁਸੀਂ ਕਿਹਾ ਕਿ ਪਰਮੇਸ਼ਰ ਨੇ ਸਾਨੂੰ ਬੁੱਧੀ ਵੀ ਦਿੱਤੀ ਹੈ, ਸਾਨੂੰ ਅਕਲ ਵੀ ਦਿੱਤੀ ਹੈ ਕਿ ਅਸੀਂ ਉਹਦੇ ਦਿੱਤੇ ਅਧਿਕਾਰ ਨੂੰ, ਜਿਵੇਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਨੇ ਹਰ ਇੱਕ ਨੂੰ ਬਰਕਤ ਦਿੱਤੀ, ਉਹਦੇ ਦਿੱਤੇ ਅਧਿਕਾਰ ਨੂੰ ਅਸੀਂ ਕਿਸ ਤਰ੍ਹਾਂ ਵਰਤਦੇ ਹਾਂ। ਭੈਣੋ ਭਰਾਵੋ, ਅਸੀਂ ਇਸ ਜਦੋਂ ਚੈਨਲ ਨੂੰ ਦੇਖਦੇ ਹਾਂ, ਇਸ ਚੈਨਲ ਦੇ ਉੱਪਰ ਜਿਵੇਂ ਅਸੀਂ ਦੇਖਦੇ ਹਾਂ ਕਿ ਹਰ ਵਕਤ ਜਿਹੜਾ ਕਿ 24 ਘੰਟੇ ਜਦੋਂ ਅਸੀਂ ਕਿ ਆਪਣੇ ਬਜ਼ੁਰਗਾਂ ਨੂੰ ਦੇਖਦੇ ਹਾਂ, ਆਪਣੇ ਜਿਹੜੇ ਘਰ 'ਚ ਬੈਠੇ ਬਜ਼ੁਰਗ ਨੇ ਜਾਂ ਜਿਨ੍ਹਾਂ ਕੋਲ ਬਾਹਰ ਨਹੀਂ ਆਇਆ ਜਾਂਦਾ ਜਾਂ ਬਾਹਰ ਨਹੀਂ ਆ ਜਾ ਸਕਦੇ, ਜਾਂ ਉਹ ਸਾਰੇ ਬਜ਼ੁਰਗ ਜਾਂ ਉਹ ਸਾਡੇ ਭੈਣ ਭਰਾ ਕਿ ਜਿਹੜੇ ਕਿ ਇੰਨੇ ਤਾਕਤਵਰ ਨਹੀਂ ਆ ਜਾਂ ਉਸ ਤਰ੍ਹਾਂ ਚੱਲ ਫਿਰ ਨਹੀਂ ਸਕਦੇ, ਕਿ ਉਹਨਾਂ ਨੂੰ ਪ੍ਰਭੂ ਦੇ ਕਲਾਮ ਦੇ ਲਈ, ਪ੍ਰਭੂ ਦੀ ਸੱਚੀ ਬਾਣੀ ਦੇ ਲਈ ਚੱਲ ਕੇ ਕਿਤੇ ਵੀ ਜਾਣਾ ਨਹੀਂ ਪੈਂਦਾ। ਅਸੀਂ ਦੇਖਦੇ ਹਾਂ ਕਿ ਜਿਹੜਾ ਕਿ 24 ਘੰਟੇ ਕਿ ਸਾਨੂੰ ਪਰਮੇਸ਼ਵਰ ਦੀਆਂ ਗੱਲਾਂ ਇਸ ਚੈਨਲ ਦੇ ਜ਼ਰੀਏ ਸਾਡੇ ਕਿ ਅਸੀਂ ਇਨਸਾਨ ਆ ਅਤੇ ਸਾਡੇ ਕੰਨਾਂ ਦੇ ਵਿੱਚ ਜਿਹੜੀਆਂ ਗੱਲਾਂ ਜਾਣਗੀਆਂ ਅਸੀਂ ਉਸ 'ਤੇ ਜ਼ਿਆਦਾ ਅਸਰ ਕਰਦੇ ਹਾਂ ਕਿ ਜਿੱਦਾਂ ਦਾ ਸਾਡਾ ਮਨ ਹੋਵੇਗਾ ਉਸ ਤਰ੍ਹਾਂ ਦਾ ਸਾਡਾ ਤਨ ਹੋਵੇਗਾ ਅਤੇ ਉਸ ਤਰ੍ਹਾਂ ਦੇ ਅੱਗੇ ਸਾਡੇ ਕੰਮ ਹੋਣਗੇ। ਅਤੇ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਚੈਨਲ ਹੈ ਜਿਹੜਾ ਕਿ ਪ੍ਰਭੂ ਦਾ ਚੈਨਲ ਹੈ, ਇਹ ਸਾਡੇ ਭੈਣਾਂ ਭਰਾਵਾਂ ਦੀ ਬਦੌਲਤ ਹੀ, ਸਾਡੇ ਭੈਣਾਂ ਭਰਾਵਾਂ ਦੇ ਸਹਿਯੋਗ ਜ਼ਰੀਏ ਹੀ ਅਸੀਂ ਦੇਖਦੇ ਹਾਂ ਕਿ ਚੈਨਲ ਚੱਲ ਰਿਹਾ ਹੈ। ਭੈਣ ਭਰਾ ਜਿਵੇਂ ਕਿ 7 ਸਾਲ ਤੋਂ ਇਸ ਚੈਨਲ ਦੇ ਨਾਲ ਕਿ ਮੋਢੇ ਦੇ ਨਾਲ ਮੋਢਾ ਜੋੜ ਕੇ ਭੈਣਾਂ ਭਰਾਵਾਂ ਦੇ ਨਾਲ ਜੁੜੇ ਹੋਏ ਨੇ। ਅਸੀਂ ਇਕਜੁੱਟ ਹੋ ਕੇ ਇਹ ਜਿਹੜੀ ਅਸੀਂ ਜੰਗ ਲੜ ਰਹੇ ਹਾਂ, ਅਸੀਂ ਪ੍ਰਭੂ ਦੇ ਨਾਂ ਦੇ ਵਿੱਚ ਲੜ ਰਹੇ ਹਾਂ ਅਤੇ ਇਹ ਸਾਡਾ ਵਿਸ਼ਵਾਸ ਆ ਅਤੇ ਇਹ ਸਾਡਾ ਈਮਾਨ ਹੋਣਾ ਚਾਹੀਦਾ ਕਿ ਅਸੀਂ ਜੰਗ ਜਿੱਤਣੀ ਹੈ। ਅਤੇ ਇਸ ਜੰਗ ਨੂੰ ਜਿੱਤਣ ਦੇ ਲਈ ਅਸੀਂ ਇਕੱਲੇ ਨਹੀਂ ਹਾਂ, ਪ੍ਰਭੂ ਸਾਡੇ ਨਾਲ ਹੈ, ਉਹ ਸਾਨੂੰ ਹੌਸਲਾ ਦੇ ਰਿਹਾ, ਉਹ ਸਾਨੂੰ ਸ਼ਕਤੀ ਦੇ ਰਿਹਾ ਅਤੇ ਸਾਡਾ ਸਿਰਫ ਫਰਜ਼ ਬਣਦਾ ਹੈ ਕਿ ਅਸੀਂ ਉਸ ਹੌਸਲੇ ਨੂੰ, ਉਸ ਸ਼ਕਤੀ ਨੂੰ ਅਤੇ ਪਰਮੇਸ਼ਰ ਨੇ ਸਾਨੂੰ ਜਿਹੜੀ ਬੁੱਧੀ ਦਿੱਤੀ ਹੈ, ਜਿਹੜੀ ਸਾਨੂੰ ਅਕਲ ਦਿੱਤੀ ਹੈ, ਅਸੀਂ ਜਿਹੜਾ ਪਰਮੇਸ਼ਰ ਨੇ ਅਸੀਂ ਆਪਣੇ ਉਸ ਬੁੱਧੀ ਦੇ ਨਾਲ, ਆਪਣੇ ਹੱਥਾਂ ਪੈਰਾਂ ਦੇ ਨਾਲ ਜਿਹੜੀ ਕਮਾਈ ਕਰਦੇ ਹਾਂ, ਉਹਦੇ ਕਮਾਈ ਦੇ ਵਿੱਚੋਂ ਪਰਮੇਸ਼ਰ ਦੇ ਕੰਮਾਂ ਦੇ ਲਈ, ਇਸ ਚੈਨਲ ਦੇ ਲਈ ਜਾਂ ਇਸ ਮੀਡੀਆ ਦੇ ਲਈ, ਆਪਣੇ ਤਾਂ ਇਹ ਤੁਹਾਡੇ ਚੈਨਲ ਦੇ ਲਈ ਹੈ। ਅਤੇ ਜਿਵੇਂ ਜਿੰਨਾ ਤੁਸੀਂ ਯੋਗਦਾਨ ਪਾਓਗੇ, ਪ੍ਰਭੂ ਨੂੰ ਪਤਾ ਹੈ। ਤੁਸੀਂ ਆਪਣਾ ਨਹੀਂ ਵੀ ਨਾਮ ਦੇਣਾ ਚਾਹੁੰਦੇ, ਤੁਸੀਂ ਦੇਖ ਸਕਦੇ ਹੋ ਕਿ ਥੱਲੇ ਮੋਬਾਈਲ ਨੰਬਰਸ ਹੈ, ਤੁਸੀਂ ਕਾਲ ਕਰਕੇ ਦੱਸ ਸਕਦੇ ਹੋ। ਪ੍ਰਭੂ ਤਿੰਨੇ ਟੈਲੀਫੋਨ ਖੁੱਲੇ ਨੇ, ਤਿੰਨੇ ਟੈਲੀਫੋਨ ਖੁੱਲੇ ਨੇ, ਕੋਈ ਬੈਠੇ ਹੋਏ ਨੇ ਜੀ ਬਿਲਕੁਲ ਤੁਹਾਡੇ ਟੈਲੀਫੋਨ ਲਾਈਨ, ਸੌਰੀ ਮੈਂ ਤੁਹਾਡੀ ਨਹੀਂ ਹਾਂਜੀ ਤੁਸੀਂ ਜੀ ਟੈਲੀਫੋਨ ਖੁੱਲੇ ਨੇ ਅਜ਼ੀਜ਼ ਭੈਣੋ ਭਾਈਓ, ਔਰ ਸਿਰਫ ਉਸ ਇਖਤਿਆਰ ਨੂੰ ਇਸਤੇਮਾਲ ਕਰਨਾ ਕਿ ਜਿਹੜਾ ਕੰਨਾਂ ਦੇ ਤੱਕ ਤੁਹਾਡਾ ਜਿਹੜਾ ਵਚਨ ਹੈ ਪਰਮੇਸ਼ਵਰ ਦਾ ਕੰਨਾਂ ਤੱਕ ਪਹੁੰਚੇ। ਕਹਿੰਦਾ ਜਿੰਨਾ ਚੱਕ ਸੁਣਾਇਆ ਨਾ ਜਾਏਗਾ ਕੌਣ ਸੁਣੇਗਾ, ਸੁਣੇਗਾ ਹੀ ਨਹੀਂ, ਕਿ ਜੇ ਸੁਣਾਓਗੇ ਨਹੀਂ ਤਾਂ ਕੌਣ ਸੁਣੇਗਾ, ਠੀਕ ਹੈ ਨਾ। ਜਿੰਨਾ ਚੱਕ ਤੁਸੀਂ ਕਿਸੇ ਨੂੰ ਆਵਾਜ਼ ਦੇ ਕੇ ਬੁਲਾਓਗੇ ਨਹੀਂ, ਅਗਰ ਉਹ ਕਿਸੇ ਗਲਤ ਜਗ੍ਹਾ ਤੇ ਜਾ ਰਿਹਾ ਤਾਂ ਦੂਰ ਤੁਸੀਂ ਵੇਖ ਰਹੇ ਹੋ ਕਿ ਬੰਦਾ ਡੁੱਬਣ ਲਈ ਜਾ ਰਿਹਾ, ਅੱਗੇ ਇੱਕ ਦਲਦਲ ਹੈ, ਉਹ ਫਸ ਨਾ ਜਾਵੇ, ਤੇ ਤੁਸੀਂ ਦੂਰੋਂ ਉਹਨੂੰ ਆਵਾਜ਼ ਦਿਓਗੇ, ਭਾਈ ਠਹਿਰ ਜਾ, ਰੁਕ ਜਾ, ਐ ਮੇਰੇ ਭਾਈ ਰੁਕ ਜਾ, ਕਿਉਂਕਿ ਅੱਗੇ ਦਲਦਲ ਹੈ, ਅੱਗੇ ਅਗਰ ਤੂੰ ਪੈਰ ਅੱਗੇ ਪਾ ਦਿੱਤੇ तो तू जमीन के अंदर चले जाएगा, अगे चिकड़ है और बड़ी मुश्किल है। तो अजीज बहनों भाई, जब तक हम आवाज नहीं देंगे तो वो हम कैसे किसी को बुरी हालत से या बुरे कामों से बचा सकते हैं। तो ये इख्तियार खुदावंद ने दिया है कि 400 पाउंड आपके पास है, 400 पाउंड इख्तियार को इस्तेमाल करें। पॉकेट तक हाथ जाना है लेकिन इख्तियार अपना इस्तेमाल करके नहीं, खुदावंद मैं तेरे यीशु नाम से, तूने मुझे इन पैसों पर, ये जो मेरे पास धन है जो तूने ही दिया है, तेरी तरफ से मुझे मिला है, इस धन को मैं तेरे इख्तियार से मैं पॉकेट में से निकालता हूँ या बैंक में जो रखा है, मैं खुदा मुझे इख्तियार तूने दिया है कि मैं उसको यूज करूं। मैं नोट तो नहीं बना सकता था, मैं आसमान हवा तो नहीं ले सकता था, मैं ये दरख्त और चेन पे नहीं बना सकता। खुदा सारी चीजें जो तूने मेरी जरूरत के लिए बनाई है वो मेरी सेहत के लिए है, मेरी जिंदगी के लिए है। इन चीजों को तो आप खुदावंद पैसे नहीं लेते, ऑक्सीजन के पैसे खुदा ने लिए कभी नहीं ना लेते। ਜਿਹੜੀ ਹਵਾ ਸਾਨੂੰ ਮਿਲ ਰਹੀ ਹੈ, ਕਦੀ ਜੇ ਪਾਣੀ ਆ ਰਿਹਾ, ਮੀਂਹ ਪੈ ਰਿਹਾ, ਉਹਦੇ ਪੈਸੇ ਖੁਦਾਵੰਦ ਲੈਂਦਾ। ਲੋਕਾਂ ਨੇ ਸ਼ਾਇਦ ਪੈਸੇ ਪੂਸੇ ਲੈਣੇ ਸ਼ੁਰੂ ਕਰਤੇ ਨੇ, ਮਤਲਬ ਕਿ ਪਾਣੀ ਕੋ ਪਾਈਪਾਂ ਦੇ ਜ਼ਰੀਏ ਲੋਕਾਂ ਦੇ ਘਰ, ਲੇਕਿਨ ਮੀਂਹ ਪੈਂਦਾ ਪਰਮੇਸ਼ਰ ਉਹਦਾ ਕੋਈ ਬਿੱਲ ਤੇ ਨਹੀਂ ਭੇਜਦਾ। ਅਜ਼ੀਜ਼ बहनों भाइयों, उस इख्तियार को जो खुदावंद ने आपको दिया है, 400 पाउंड आपके सामने है, 1400 ही कोई दे सकता है। खुदावंद मैं तेरे यीशु नाम से
इस इख्तियार को इस्तेमाल करता हूँ कि तेरा जो वचन है, तूने कहा कि जाओ खुशखबरी पूरी दुनिया में सुनाओ, इस इख्तियार को इस्तेमाल करें और ये जो बिल हमने देना है ये मैंने और आपने मिलकर देना है। और उस खुशखबरी को ले जाने का जो खर्चा है, वैसे तो खुशखबरी ज़माने भी जाके सड़कों पर सुनाई जा सकती है, लेकिन ज़्यादा अब ये तेज़ तरीका है, मीडिया एक तेज़ तरीका है। अजीज़ भैनों भाइयों, ਅਸੀਂ ਹੁਣ ਘਰਾਂ 'ਚ ਲੀਫਲੈਟ ਨਹੀਂ ਵੰਡਦੇ, ਅਸੀਂ ਲੋਕਾਂ ਦੇ ਨੌਕ ਡੋਰ ਨਹੀਂ ਕਰਦੇ, ਕਿਹੋ ਜਿਹੇ ਬੰਦੇ ਅੱਗੇ ਹੁੰਦੇ ਨੇ, ਕਿਸ ਤਰ੍ਹਾਂ ਦੇ ਸਿਚੁਏਸ਼ਨ ਦੇ ਹੁੰਦੇ ਨੇ, ਕੋਈ ਮਤਲਬ ਕਿ ਨਸ਼ੇ 'ਚ ਹੁੰਦਾ ਹੈ ਜਾਂ ਕੋਈ ਲੜਾਕਾ ਬੰਦਾ ਹੁੰਦਾ। लेकिन अजीज़ भैनों भाई, खुदा ने एक ऐसा तरीका निकाल लिया है, टेक्नोलॉजी खुदावन ने दी है, ये इख्तियार भी टेक्नोलॉजी पर अपने लोगों को खुदा ने दिया है, ठीक है ना, ताकि इस पर इख्तियार को इस्तेमाल करें। टेक्नोलॉजी सैटेलाइट लगा दी है और ये टावर लगे हुए हैं, आपके घरों में सैटेलाइट से ये प्रोग्राम जा रहे हैं। अजीज भाइयों भाइयों, अपना वो इख्तियार जो खुदावंद आपको देता है, खुदावंद लवप्रीत खुदा ते ਵੱਡੇ ਵੱਡੇ ਇਖਤਿਆਰ ਸਾਨੂੰ ਦੇਣਾ ਚਾਹੁੰਦਾ ਹੈ ਜੇ ਅਸੀਂ ਉਹ ਇਖਤਿਆਰ ਨੂੰ ਸਮਝੀਏ ਤੇ। ਬਿਲਕੁਲ, ਫਾਰ ਐਗਜ਼ਾਮਪਲ ਅਸੀਂ ਮੱਤੀ ਦੀ ਇੰਜੀਲ ਉਹਦਾ 9 ਬਾਬ ਉਹਦੀ 4 ਆਇਤ ਪੜ੍ਹਨੇ। यीशु ने उनके ख्याल मालूम करके कहा, तुम क्यों अपने दिलों में बुरे ख्याल लाते हो। सो खुदावंद ਯਿਸੂ ਮਸੀਹ ਨੂੰ ਖਿਆਲਾਂ ਦਾ ਵੀ ਪਤਾ ਸੀ ਕਿ ਦਿਲਾਂ ਦੇ ਵਿੱਚ ਕੀ ਸੋਚ ਰਹੇ ਨੇ। आसान क्या है कि ये कहना कि तेरे गुनाह माफ हुए या ये कहना कि उठ और चल फिर। इस गल तो असं ये भी समझ, कई बार मतलब भैन भाई कहते नहीं जी खुदा पूरा करेगा, दुआ करना और नहीं जी डरन की लोड़ नहीं, खुदा पूरा करेगा। लेकिन अजीज भैन भाई, खुदा ने यहाँ प्रैक्टिकल इख्तियार को प्रैक्टिकल तरीके में मतलब प्रैक्टिकल करके दसो, ठीक है ना। असी पढ़ने ये कहना कि तेरे गुनाह माफ हुए या ये कहना कि उठ और चल फिर, ठीक है ना। उठ और चल फिर प्रैक्टिकल है। उठदे बंदे नूं तुसीं चलदा फिरदा नजर आ के चल, देखो जी ये मंजी तो उठिया, बीमार सी, ये बिल्कुल मतलब अधरंगी सी या मतलब कि ਇਹਦੀ हालत नहीं सी चलन दी। खुदा यीशु मसीह दे इख्तियार दिता कि उठ, खुदा यीशु मसीह के नाम में उठो और चलो। सिर्फ यही कहना कि चलो तुसीं ये देखोगे कि तेरे बस वही भाई कोई गल नहीं भाई, तेरे दुआ करेंगे भाई, भैन जी दुआ करेंगे भाई सरफा, तुहाडी दुआ करेंगे, ओ खुदा पूरा करेगा, खुदा वो ये बंद नहीं कभी हुंदा। अजीज बहनों भाई, ये दो जो ये सेंटेंस है, इसके दो हिस्से खुदा यीशु मसीह ने हमें साफ बता दिए हैं कि प्रैक्टिकल और मुंह से सिर्फ बोल देना। इसमें कितना पंजाबी च पढ़ दो साहब, चौथी तो लैके 6वीं आयत तक, मत्ती 9:4, मत्ती 9:4 जी। ਉਹਨਾਂ ਦੀਆਂ ਇਹਨਾਂ ਸੋਚਾਂ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਬੁਰੇ ਵਿਚਾਰ ਕਿਉਂ ਲਿਆ ਰਹੇ ਹੋ। ਸੌਖਾ ਕੀ ਹੈ ਇਹ ਕਹਿਣਾ ਤੇਰੇ ਪਾਪ ਮਾਫ ਹੋਏ ਜਾਂ ਇਹ ਕਹਿਣਾ ਉੱਠ ਅਤੇ ਚੱਲ ਫਿਰ। ਹਾਲੇਲੂਇਆ। ਜਿਵੇਂ ਤੁਸੀਂ ਕਿਹਾ ਕਿ ਪ੍ਰੈਕਟੀਕਲ, ਜਿਵੇਂ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਤੇ ਤੁਹਾਡੇ ਐਕਸ਼ਨ ਕਿੱਥੇ ਨੇ, ਸਹੀ ਹੈ ਨਾ, ਕਿ ਤੁਸੀਂ ਸੱਚੀ ਤੇ ਜੋ ਪੜ੍ਹਦੇ ਹੋ ਉਸ ਕਲਾਮ ਦੇ ਉੱਤੇ ਕਰਦੇ ਰਹੇ। ਇਹਦੇ ਨਾਲ ਮੈਂ ਗੱਲ ਕਰਨਾ ਚਾਹੁੰਦਾ ਕਿ ਸਾਡੇ ਭੈਣਾਂ ਭਰਾਵਾਂ ਸਾਰੇ ਅਸੀਂ ਜਾਣਦੇ ਹਾਂ ਕਿ ਜਿਹੜੇ ਪ੍ਰਭੂ ਨੂੰ ਪਾ ਲੈਂਦੇ ਜਾਂ ਪ੍ਰਭੂ ਨਾਲ ਸਿੱਧਾ ਰਿਸ਼ਤਾ ਜਿਨ੍ਹਾਂ ਦਾ ਬਣ ਜਾਂਦਾ ਹੈ, ਸਾਰਿਆਂ ਦੇ ਵਿੱਚ ਇੱਛਾ ਹੁੰਦੀ ਹੈ ਕਿ ਅਸੀਂ ਪ੍ਰਭੂ ਦੇ ਕੰਮਾਂ ਲਈ ਵਰਤੇ ਜਾਈਏ, ਪ੍ਰਭੂ ਦੇ ਵੱਡੇ ਵੱਡੇ ਕੰਮ ਕਰੀਏ। ਅਤੇ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਅਸੀਂ ਨਹੀਂ ਪਤਾ ਕਿ ਜਦੋਂ ਤੁਸੀਂ ਆਪਣਾ ਧਨ ਜਦੋਂ ਇਸ ਚੈਨਲ ਦੇ ਜ਼ਰੀਏ ਦਿੰਦੇ ਕਿ ਤੁਸੀਂ ਕਿੰਨੀਆਂ ਰੂਹਾਂ ਬਚਾ ਰਹੇ ਹੁੰਦੇ। ਪਰਮੇਸ਼ਰ ਨੇ ਕਿੰਨੇ ਰੂਹ ਜਿਹੜੇ ਕਿ ਪ੍ਰਭੂ ਦੀ ਉਸ ਵਾੜੇ ਦੇ ਵਿੱਚ ਆ ਰਹੇ ਨੇ। ਇਸੇ ਤਰ੍ਹਾਂ ਮੈਂ ਇੱਕ ਛੋਟੀ ਜਿਹੀ ਕਹਾਣੀ ਦੱਸਣਾ ਚਾਹੁੰਦਾ ਕਿ ਇੱਕ ਵਾਰੀ ਇੱਕ ਬੰਦਾ, ਜਿਵੇਂ ਕਹਿ ਲਓ ਕਿ ਇਨਸਾਨ ਸੀਗਾ, ਪ੍ਰਭੂ ਅੱਗੇ ਅਰਦਾਸ ਕਰਦਾ ਕਿ ਪ੍ਰਭੂ ਮੇਰੀ ਜ਼ਿੰਦਗੀ ਤੂੰ ਬਚਾਈ ਹੈ, ਤੇਰੇ ਵੱਡੇ ਕੰਮਾਂ ਲਈ ਇਸਤੇਮਾਲ ਹੋਵੇ, ਤੂੰ ਮੇਰੀ ਜ਼ਿੰਦਗੀ ਨੂੰ ਵਰਤ। ਅਤੇ ਪ੍ਰਭੂ ਉਹਨੂੰ ਕਹਿੰਦਾ ਹੈ ਕਿ ਤੂੰ ਉੱਠ, ਬਾਈਬਲ ਫੜ ਅਤੇ ਜੰਗਲ ਦੇ ਵਿੱਚ ਜਾ ਕੇ ਪ੍ਰੀਚ ਕਰ। ਉਹ ਜਾਂਦਾ ਆ, ਮਹੀਨਾ 2 ਮਹੀਨੇ 3 ਮਹੀਨੇ ਇੱਦਾਂ ਕਰਦਾ ਰਹਿੰਦਾ ਹੈ। ਉਹ ਸਾਲ ਬਾਅਦ ਕਰਦਾ ਹੈ, ਸਾਲ ਤੱਕ ਕਰਦਾ ਰਹਿੰਦਾ। ਇਸੇ ਤਰ੍ਹਾਂ ਸਾਲ ਜਾਂਦਾ ਹੈ, ਆਪਣੀ ਬਾਈਬਲ ਲੈਂਦਾ, ਹਰ ਰੋਜ਼ ਜਾਂਦਾ ਹੈ, ਉੱਥੇ ਪ੍ਰਭੂ ਦਾ ਕਲਾਮ ਪੜ੍ਹਦਾ ਹੈ, ਪ੍ਰਭੂ ਦਾ ਵਚਨ, ਉਹ ਜਿਸ ਤਰ੍ਹਾਂ ਪ੍ਰਭੂ ਦਾ ਵਚਨ ਦੱਸਦਾ ਹੈ ਉੱਥੇ ਵਚਨ ਪੜ੍ਹ ਕੇ ਆਉਂਦਾ ਹੈ। ਅਤੇ ਉਹਨੂੰ ਸਾਲ ਹੋ ਜਾਂਦਾ ਹੈ ਅਤੇ ਅਪਸੈਟ ਹੋ ਜਾਂਦਾ ਹੈ, ਉਹਦਾ ਹੌਂਸਲਾ ਜਿਹਾ ਟੁੱਟਣ ਲੱਗ ਪੈਂਦਾ ਕਿ ਨਾ ਪ੍ਰਭੂ ਮੈਨੂੰ ਸਾਲ ਹੋ ਗਿਆ ਕਿ ਮੈਂ ਜਾਂਦਾ ਰੋਜ਼ ਬਾਈਬਲ ਵੀ ਲੈਂਦਾ ਆ, ਉੱਥੇ ਜਾ ਕੇ ਤੇਰਾ ਵਚਨ ਵੀ ਪੜ੍ਹਦਾ ਸੁਣਦਾ ਹੀ, ਪਰ ਮੈਨੂੰ ਇੰਨਾ ਨਹੀਂ ਪਤਾ ਕਿ ਮੇਰਾ ਉੱਥੇ ਮੈਂ ਇਕੱਲਾ ਹੀ ਬੋਲ ਕੇ ਆ ਜਾਂਦਾ ਜਾਂ ਕੋਈ ਸੁਣਦਾ ਵੀ ਹੈਗਾ ਜਾਂ ਉੱਥੇ ਕੋਈ ਸੁਣਨ ਵਾਲਾ ਹੈਗਾ ਆ। ਅਤੇ ਪ੍ਰਭੂ ਕਹਿੰਦਾ ਕਿ ਚੱਲ ਤੈਨੂੰ ਮੈਂ ਅੱਜ ਦੱਸਦਾ, ਆਪਣਾ ਉਸੇ ਤਰ੍ਹਾਂ ਬਾਈਬਲ ਹੈ ਉਸੇ ਤਰ੍ਹਾਂ ਲੈਂਦਾ ਹੈ, ਵਚਨ ਪੜ੍ਹਦਾ ਹੈ
ਤੇ ਜਦੋਂ ਪ੍ਰਭੂ ਕਹਿੰਦਾ ਹੈ ਕਿ ਚੱਲ ਹੁਣ ਅਰਦਾਸ ਕਰ, ਤੈਨੂੰ ਮੈਂ ਦੱਸਦਾ ਕਿ ਕੀ ਆ। ਉਹ ਜਦੋਂ ਐਂਡ ਤੇ ਪ੍ਰਭੂ ਦਾ ਵਚਨ ਪੜ੍ਹ ਕੇ ਅਰਦਾਸ ਕਰਦਾ ਹੈ, ਉਹ ਕੀ ਵੇਖਦਾ ਹੈ ਕਿ ਝਾੜੀਆਂ ਦੇ ਪਿੱਛੋਂ ਉਹ ਜਿੰਨੇ ਵੀ ਡਾਕੂ ਸੀਗੇ, ਚੋਰ ਸੀਗੇ, ਉਹ ਉਹਦਾ ਵਚਨ ਪੜ੍ਹ ਰਹੇ ਹੁੰਦੇ ਆ ਤੇ ਉਹ ਆਪਣੀਆਂ ਜਿਹੜੀਆਂ ਸੁਣ ਰਹੇ ਹੁੰਦੇ ਆ, ਉਹ ਆਪਣੀਆਂ ਜ਼ਿੰਦਗੀਆਂ ਪ੍ਰਭੂ ਨੂੰ ਦੇ ਦਿੰਦੇ ਨੇ। ਹਾਲੇਲੂਇਆ। ਤੇ ਉਹ ਕਹਿੰਦੇ ਕਿ ਉਹ ਕਹਿੰਦਾ ਉਹ ਸਾਰੇ ਆਪਣੀ ਗਵਾਹੀ ਦਿੰਦੇ ਕਿ ਅਸੀਂ ਇਸ ਹਰ ਮਤਲਬ ਇੱਕ ਪੂਰੇ ਸਾਲ ਤੋਂ ਅਸੀਂ ਇੱਥੇ ਹਰ ਰੋਜ਼ ਆਉਂਦੇ ਸੀਗੇ, ਅਸੀਂ ਤੇਰੇ ਕਲਾਮ ਨੂੰ ਸੁਣਦੇ ਸੀਗੇ, ਤੇਰੇ ਵਚਨ ਨੂੰ ਸੁਣਦੇ ਸੀ ਜਿਹੜਾ ਤੂੰ ਪ੍ਰਭੂ ਦੇ ਬਾਰੇ ਦਿੰਦਾ ਸੀਗਾ, ਤੇ ਇਸ ਵਚਨ ਨੇ ਸਾਡੀ ਜ਼ਿੰਦਗੀਆਂ 'ਚ ਐਸਾ ਕੰਮ ਕੀਤਾ ਕਿ ਅਸੀਂ ਆਪਣੇ ਬੁਰੇ ਕੰਮ ਜਿੰਨੇ ਵੀ ਕਰਦੇ ਸੀਗੇ ਉਹਨਾਂ ਤੋਂ ਅਸੀਂ ਤੋਬਾ ਕੀਤੀ ਤੇ ਅਸੀਂ ਪ੍ਰਭੂ ਨੂੰ ਆਪਣੀਆਂ ਜ਼ਿੰਦਗੀਆਂ ਦੇ ਦਿੱਤੀਆਂ। ਆਮੀਨ। ਹਾਲੇਲੂਇਆ। ਇਹਦੇ ਛੋਟੀ ਜਿਹੀ ਗਵਾਹੀ ਤੋਂ ਬੜਾ ਸਿੱਖਣ ਨੂੰ ਮਿਲਦਾ ਹੈ ਕਿ ਇਹ ਸਾਡੇ ਤੇ ਡਿਪੈਂਡ ਹੈ ਕਿ ਅਸੀਂ ਸਿਰਫ ਪ੍ਰਭੂ ਦੀ ਆਵਾਜ਼ ਨੂੰ ਸੁਣਦੇ ਹਾਂ ਜਾਂ ਉਹਦੀ ਆਗਿਆ ਦਾ ਪਾਲਣ ਵੀ ਕਰਦੇ ਹਾਂ, ਜਾਂ ਸਿਰਫ ਅਸੀਂ ਨਾਂ ਦੇ ਕੀ ਕਹਿੰਦੇ ਹਾਂ ਕਿ ਅਸੀਂ ਮਸੀਹ ਤੇ ਵਿਸ਼ਵਾਸ ਰੱਖਦੇ ਹਾਂ, ਪਰ ਜਿਹੜਾ ਮਸੀਹ ਦਾ ਵਚਨ ਕਹਿੰਦਾ ਹੈ ਕਿ ਆਪਣੇ ਧਨ ਦਾ ਜਿਹੜਾ ਕਿ ਜੋ ਤੁਸੀਂ ਬੈਸਟ ਕਰ ਸਕਦੇ ਹੋ ਪ੍ਰਭੂ ਦੇ ਕੰਮਾਂ ਦੇ ਲਈ, ਜੇ ਅਸੀਂ ਉਹ ਨਹੀਂ ਲਿਆ ਕੇ ਆਉਂਦੇ ਇਹਦਾ ਮਤਲਬ ਕਿ ਅਸੀਂ ਪ੍ਰਭੂ ਦੀ ਆਗਿਆ ਦਾ ਪਾਲਣ ਨਹੀਂ ਕਰ ਰਹੇ। ਤੇ ਜਿਸ ਤਰ੍ਹਾਂ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਜਿਹੜਾ ਵੀ ਕੰਮ ਕਰੀਏ ਪ੍ਰਭੂ ਨੂੰ ਅੱਗੇ ਰੱਖੀਏ ਤੇ ਪ੍ਰਭੂ ਫਿਰ ਸਾਡੇ ਉਹਨਾਂ ਕੰਮਾਂ ਦੇ ਵਿੱਚ ਬਰਕਤ ਪਾਵੇਗਾ। ਪ੍ਰੇਜ਼ ਦ ਲਾਰਡ। ਅਸੀਂ 10 ਬਾਬ ਮੈਥਿਊ ਉਹਦੀ ਪਹਿਲੀ ਆਇਤ ਪੜ੍ਹ ਲਈ ਜੀ। ਫਿਰ ਉਸਨੇ ਅਜ਼ੀਜ਼ ਭੈਣੋ ਭਾਈਓ, ਅਗਰ ਤੁਹਾਡੇ ਕੋਲ ਬਾਈਬਲ ਹੈ, ਕਲੀਸਿਆ ਪ੍ਰੋਗਰਾਮ ਜਿਹੜਾ ਮੇਰਾ, ਲਵਪ੍ਰੀਤ ਦਾ ਔਰ ਤੁਹਾਡਾ ਸਾਰੇ ਜਿਹੜੇ ਕਲੀਸਿਆ ਹੈ, ਖੁਦਾਵੰਦ ਦੀ ਦੁਲਹਨ ਹੈ, ਇਹ ਸਾਰਿਆਂ ਦਾ ਇਕੱਠਾ ਪ੍ਰੋਗਰਾਮ। ਟੈਲੀਫੋਨ ਕਰ ਸਕਦੇ ਹੋ ਤੁਸੀਂ, ਟੈਲੀਫੋਨ ਦੀ ਲਾਈਨ ਖੁੱਲੀਆਂ ਨੇ। ਆਪਣਾ ਕੋਈ ਐਸਾ ਐਕਸਪੀਰੀਅੰਸ ਤੁਸੀਂ ਦੱਸ ਸਕਦੇ ਹੋ ਕਿ ਮੈਂ ਖੁਦਾਵੰਦ ਯਿਸੂ ਮਸੀਹ ਦੇ ਇਸ ਇਖਤਿਆਰ ਨੂੰ ਇਸਤੇਮਾਲ ਕੀਤਾ ਜਿਹੜਾ ਉਹਨੇ ਆਪਣੀ ਕਲੀਸਿਆ ਨੂੰ, ਆਪਣੇ ਸ਼ਾਗਿਰਦਾਂ ਨੂੰ, ਬੇਟੇ ਬੇਟੀਆਂ ਨੂੰ ਦਿੱਤਾ। ਮੈਨੂੰ ਵੀ ਅਜ਼ੀਜ਼ੋ ਮਤਲਬ ਕਿ ਤੁਸੀਂ ਕਹਿ ਸਕਦੇ, ਦੱਸੋ ਕਿ ਖੁਦਾਵੰਦ ਯਿਸੂ ਮਸੀਹ ਦੇ ਨਾਮ 'ਚ ਜਦੋਂ ਤੁਸੀਂ ਇਖਤਿਆਰ ਨੂੰ ਇਸਤੇਮਾਲ ਕੀਤਾ ਤੇ ਕੀ ਗਵਾਹੀ ਬਣੀ, ਕੀ ਕੰਮ ਹੋਇਆ। ਤੁਸੀਂ ਟੈਲੀਫੋਨ ਕਰਕੇ ਆਪਣਾ ਐਕਸਪੀਰੀਅੰਸ, ਆਪਣਾ ਤਜਰਬਾ ਜ਼ਰੂਰ ਦੱਸੋ ਤਾਂ ਕਿ ਪਤਾ ਲੱਗੇ ਕਿ इख्तियार ਜਿਹੜਾ खुदावंद यीशु मसीह ने इख्तियार हमें दिया है वो इस्तेमाल कर रहे हैं। अजीज़ भाइयों भाई 400 पाउंड अगर कोई टेलीफोन करके दे दे तो खुदावंद आपको बड़ी बरकत दे। हमारे पास एक कॉल है। हेलो, अच्छा कॉल, हाँ जी, नहीं कोई बात नहीं। 10वीं आयत मैथ्यू चैप्टर 10 और उसकी पहली आयत, फिर उसने अपने 12 शागिर्दों को पास बुलाकर उनको नापाक रूहों पर इख्तियार बख्शा कि उनको निकालें और हर तरह की बीमारी और हर तरह की कमजोरी को दूर करें। हालेलुया। अच्छा होड़े 10वीं जड़ी आयत है मैथ्यू खुदावंद यीशु मसीह हेल्थ प्रॉब्लम दे उत्ते, यानी जो कोई असी हेल्थ आ असी डॉक्टर को जानने आ, लेकिन अजीज भैनों पर असल जेड़ा डॉक्टरां दा डॉक्टर खुदावंद यीशु मसीह है और अपने शागिर्दां नूं बुला के उन्हां नूं भी ਉਹ ਇਖਤਿਆਰ ਦਿੰਦਾ ਕਿ ਤੁਸੀਂ ਵੀ ਡਾਕਟਰ ਹੋ। ਹਾਲੇਲੂਇਆ। ਅੱਜ ਤੁਸੀਂ ਵੀ ਖੁਦਾਵੰਦ ਯਿਸੂ ਮਸੀਹ ਦੇ ਨਾਂ ਤੇ ਜਿਹੜੇ ਮਸੀਹੀ ਲੋਕ ਨੇ ਉਹਨਾਂ ਨੂੰ ਇਖਤਿਆਰ ਦਿੱਤਾ ਹੈ। ਅੰਜੀਲ ਮੁਕੱਦਸ ਦੇ ਹਵਾਲੇ ਦੇ ਨਾਲ ਮੈਂ ਤੁਹਾਨੂੰ ਕਹਿਣਾ, ਮੈਂ ਮਤਲਬ ਇਨਕਰੇਜ ਕਰ ਰਿਹਾ, ਮੈਂ ਮੁਬਾਰਕ ਕਹਿਣਾ ਤੁਹਾਨੂੰ ਕਿ ਤੁਸੀਂ ਇਖਤਿਆਰ ਵਾਲੇ ਹੋ। ਇਸ ਇਖਤਿਆਰ ਨੂੰ ਤੁਸੀਂ ਇਸਤੇਮਾਲ ਕਰੋ। ਖੁਦਾਵੰਦ ਦਾ ਸ਼ੁਕਰ ਕਰ ਰਹੇ ਜਿੰਨੇ ਭੈਣ ਜਾਂ ਭਾਈ ਨੇ ਹੁਣ ਇਸ ਇਖਤਿਆਰ ਨੂੰ ਇਸਤੇਮਾਲ ਕੀਤਾ। ਸਾਡੇ ਕੋਲ 1400 ਪਾਉਂਡ ਸਨ, ਹੁਣ 1300 ਪਾਉਂਡ ਰਹਿ ਗਏ ਨੇ। ਇਸ ਇਖਤਿਆਰ ਨੂੰ ਮੈਂ ਉਹਨਾਂ ਲਈ ਦੁਆ ਕਰ ਰਹੇ, ਮੈਂ ਤੇ ਲਵਪ੍ਰੀਤ ਖੁਦਾਵੰਦ ਬੜੀ ਬਰਕਤ ਦੇਵੇ और ਉਹਨਾਂ ਲਈ ਵੀ ਅਸੀਂ ਬਰਕਤ ਚਾਹੁੰਦੇ ਹਾਂ कि खुदावंद इख्तियार। तो लिखता है कि बदरूहों को नापाक रूहों पर इख्तियार बख्शा कि उनको निकालें और हर तरह की बीमारी और हर तरह की कमजोरी, यानी हेल्थ प्रॉब्लम ਦੇ ਉੱਤੇ ਤੁਹਾਨੂੰ ਇਖਤਿਆਰ ਹੈ। ਪੰਜਾਬੀ ਚ ਪੜ੍ਹ ਦਿਓ ਸਾਡੇ ਕੋਲ 1 ਮਿੰਟ ਸਰ। ਯਿਸੂ ਨੇ ਆਪਣੇ 12 ਚੇਲਿਆਂ ਨੂੰ ਇਕੱਠੇ ਆਪਣੇ ਕੋਲ ਸੱਦਿਆ। ਉਹਨਾਂ ਨੂੰ ਯਿਸੂ ਨੇ ਅਸ਼ੁੱਧ ਆਤਮਾਵਾਂ ਨੂੰ ਕੱਢਣ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਰੋਗਾਂ ਨੂੰ ਚੰਗਾ ਕਰਨ ਦਾ ਅਧਿਕਾਰ ਦਿੱਤਾ। ਹਾਲੇਲੂਇਆ। ਸੋ ਪੂਰਾ ਜਿਹੜਾ ਡਾਕਟਰੀ ਹੈ, ਰੂਹਾਨੀ ਡਾਕਟਰ ਤੁਹਾਨੂੰ ਬਣਾ ਦਿੱਤਾ ਹੈ। ਅਜ਼ੀਜ਼ ਭੈਣੋ, ਖੁਦਾਵੰਦ ਯਿਸੂ ਮਸੀਹ ਨਾਲ ਜਦੋਂ ਜੁੜਦੇ ਹੋ, ਉਹਦੇ ਨਾਲ ਪਾਕ ਤੇ ਪਵਿੱਤਰ ਜਦੋਂ ਰਾਸਬਾਜ਼ ਬਣਦੇ ਹੋ, ਜਦੋਂ ਤੁਸੀਂ ਬੌਰਨ ਅਗੇਨ ਹੁੰਦੇ ਹੋ ਔਰ ਪਰਮੇਸ਼ਵਰ ਦੇ ਹੁਕਮਾਂ ਤੇ ਅਮਲ ਕਰਦੇ ਹੋ, ਔਰ ਜਿਹੜਾ ਇਖਤਿਆਰ ਤੁਹਾਨੂੰ ਖੁਦਾਵੰਦ ਯਿਸੂ ਮਸੀਹ ਦਿੰਦਾ ਹੈ, ਇੱਥੇ ਲਿਖਿਆ ਕਿ ਜਦੋਂ ਤੁਸੀਂ ਇਖਤਿਆਰ, ਮੈਂ ਤੁਹਾਨੂੰ ਇਖਤਿਆਰ ਦੇਣਾ ਕਿ ਕਿਹਨਾਂ ਤੇ, ਨਾਪਾਕ ਰੂਹਾਂ ਯਾਨੀ ਬਦ ਰੂਹਾਂ ਤੇ ਬਦ ਆਤਮਾ ਦੇ, और उन्होंने कड्डो बीमारी और हर तरह की कमजोरी। ते जनाबे वाली बीमारी यानी जो तुसी बीमार होंदे हो फिर तुसी बीमारी निकलदी ते कमजोर थोड़ी जी कमजोरी होंदी, ओनू भी परमेश्वर यीशु मसीह तो फुल जेड़ा हेल्थ पैकेज है खुदावंद यीशु मसीह थानू एज ए डॉक्टर देंदा, फ्री मिल रहा, फ्री मिल रहा। तो अजीज भैनों भाइयों, अपने इख्तियार नू इस्तेमाल करो। लवप्रीत अद्धा मिनट है साडे कोल।
ਬਿਲਕੁਲ ਬੜੀ ਵਧੀਆ ਗੱਲ ਕੀਤੀ ਹੈ ਜੀ। ਅਸੀਂ ਬਿਲਕੁਲ ਪ੍ਰੋਗਰਾਮ ਦੇ ਐਂਡ ਤੇ ਆ ਚੁੱਕੇ ਹਾਂ ਤੇ ਅਸੀਂ ਸ਼ੁਕਰੀਆ ਕਰਦੇ ਹਾਂ ਪਹਿਲਾਂ ਸਭ ਤੋਂ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਕਿ ਥੋੜਾ ਜਿਹਾ ਹੱਲਾ ਮਾਰਿਆ, ਜਿਵੇਂ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਥੱਲੇ ਆਇਆ। ਬੜੀ ਖੁਦਾ ਮਦਦ ਕਰੇ ਉਹਨਾਂ ਦੀ, ਤੇ ਪਰਮੇਸ਼ਰ ਤੁਹਾਨੂੰ ਬੜੀ ਬਰਕਤ ਦੇਵੇ ਤੁਹਾਡੇ ਪੂਰੇ ਘਰਾਣੇ ਦੇ ਵਿੱਚ। ਪ੍ਰਭੂ ਦੀ ਇੰਨੀਆਂ ਬਰਕਤਾਂ ਹੋਵੇ ਕਿ ਤੁਹਾਨੂੰ ਕਦੀ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਹੋਵੇ। ਤੇ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਸਾਡੇ ਕੋਲ ਇੱਕ ਹੋਰ ਜਿਵੇਂ ਸਿਸਟਰ ਪੈਮ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਕਿ ਜਿਹੜਾ 1300 ਹੈ ਪ੍ਰੋਗਰਾਮ ਦੇ ਵਿੱਚ ਜਾਨੀ ਕਿ ਅਸੀਂ ਜਿਹੜਾ ਥੱਲੇ ਲਿਆਈਏ ਇਹਨੂੰ 1300 ਨੂੰ ਪੂਰੇ ਨੂੰ ਡਾ ਦਈਏ, ਖਤਮ ਕਰ ਦਈਏ। ਅਸੀਂ ਦੇਖੀਏ ਕਿ ਸਕਰੀਨ ਦੇ ਉੱਪਰ ਚੰਗਾ ਨਹੀਂ ਲੱਗਦਾ, ਕਿ ਸ਼ਕਲਾਂ ਦੇ ਉੱਪਰ ਪੈਸੇ ਦੇਖਣੇ ਚੰਗੇ ਨਹੀਂ ਲੱਗਦੇ, ਸਹੀ ਹੈ ਨਾ? ਦੇਖੀਏ ਅੱਛਾ ਨਹੀਂ ਲੱਗਦਾ ਇਹਨੂੰ। ਤੇ ਪਰਮੇਸ਼ਰ ਦੇ ਲੋਕਾਂ ਨੂੰ ਇੰਜ ਦੋ ਇਹ 1 ਡੇ ਚ ਵੀ ਹੋ ਸਕਦਾ ਸੀ, 2 ਦੇ 1 ਵੀਕ ਚ ਵੀ ਹੋ ਜਾ। ਖੁਦਾ ਜਿਨ੍ਹਾਂ ਨੇ ਦਿੱਤਾ, ਮੈਂ ਤੇ ਭਾਈ ਲਵਪ੍ਰੀਤ ਅਸੀਂ ਦੁਆ ਕਰਨ ਖੁਦਾ ਸਭ ਨੂੰ ਬਰਕਤ ਦੇ ਮੇਰੇ ਵੱਲੋਂ ਤੇ ਭਾਈ ਲਵਪ੍ਰੀਤ ਵੱਲੋਂ। ਜੈ ਮਸੀਹ। ਜੈ ਮਸੀਹ ਸਰ।